ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਨਮਾਨਯੋਗ ਸਾਧ ਸੰਗਤ ਜੀਓ, ਅੱਜ ਦਾਸ ਸੰਤ ਉੱਤਰਦੇਵ ਜੀ ਮਹਾਂਪੁਰਖਾਂ ਦੇ ਜੀਵਨ ਦੀ ਜੋ ਅਗਲੀ ਪ੍ਰਸੰਗ ਕਥਾ ਹੈ ਉਹ ਆਪ ਸਾਰੀਆਂ ਸੰਗਤਾਂ ਦੇ ਨਾਲ ਸਾਂਝਾ ਕਰਦਾ ਹੈ। ਸੋ ਇੱਕ ਸਰਦਾਰ ਕਰਨੈਲ ਸਿੰਘ ਜੀ ਹੋਏ ਆ, ਜਿਹੜਾ ਇਹ ਜਿਹੜੇ ਸੀਗੇ ਇਹ ਦੀਨਾ ਵਾਜਵੇ ਇਲਾਕੇ ਦੇ ਰਹਿਣ ਵਾਲੇ ਸੀਗੇ। ਇਹਨਾਂ ਨੇ ਵੀ ਮਹਾਂਪੁਰਖਾਂ ਦੀ ਬੜੀ ਸੰਗਤ ਕੀਤੀ। ਇਸ ਸੰਗਤ ਦਾ ਐਸਾ ਇਹਨਾਂ 'ਤੇ ਅਸਰ ਪਿਆ ਇਹ ਜਿਹੜੇ ਸੀਗੇ ਸਰਦਾਰ ਕਰਨੈਲ ਸਿੰਘ ਜੀ ਇਹ 7 ਬਚਨ ਦੇ ਅਧਿਕਾਰੀ ਬਣ ਗਏ। ਜਦ ਅਧਿਕਾਰੀ ਬਣੇ ਤਾਂ ਇਹਨਾਂ ਦੇ ਮਨ ਦੇ ਵਿੱਚ ਇੱਕ ਜਿਹੜਾ ਫੁਰਨਾ ਸੀ ਖਿਆਲ ਦੀ ਸ਼ਕਲ ਦੇ ਵਿੱਚ ਆਉਣਾ ਸ਼ੁਰੂ ਹੋ ਗਿਆ। ਉਹ ਇਹ ਸੀਗਾ ਕਿ ਜਿਵੇਂ ਗੁਰੂ ਸਾਹਿਬਾਨਾਂ ਦੇ ਜੀਵਨ ਦੇ ਵਿੱਚ ਅਨੇਕਾਂ ਕੌਤਕ ਹੋਏ ਆ ਅਤੇ ਇਸੇ ਤਰ੍ਹਾਂ ਅਨੇਕਾਂ ਕੌਤਕ ਜਿਹੜੇ ਮਹਾਂਪੁਰਖਾਂ ਦੇ ਜੀਵਨ ਦੇ ਵਿੱਚ ਵੀ ਅਸੀਂ ਸੁਣੇ ਆ, ਪਰ ਮੈਂ ਜ਼ਿੰਦਗੀ ਦੇ ਵਿੱਚ ਕੋਈ ਅਜਿਹਾ ਕੌਤਕ ਨਹੀਂ ਦੇਖਿਆ ਹੈਗਾ ਜਿਹਨੂੰ ਦੇਖ ਕੇ ਮੇਰੇ ਅੰਦਰ ਯਕੀਨ ਹੋ ਜਾਵੇ ਕਿ ਗੁਰੂ ਘਰ ਦੇ ਅੰਦਰ ਜਿਹੜੀ ਕੌਤਕਾਂ ਦੇ ਜਿਹੜੀ ਹੈ ਉਹ ਢੇਰ ਲੱਗੇ ਰਹਿੰਦੇ ਆ, ਇਹਨਾਂ ਦੀ ਬੜੀ ਭਰਮਾਰ ਲੱਗੀ ਰਹਿੰਦੀ ਹੈ। ਸੋ ਇਹ ਜਿਹੜੀ ਵਿਚਾਰ ਸੀਗੀ ਕਰਨੈਲ ਸਿੰਘ ਜੀ ਦੇ ਅੰਦਰ ਜਿਹੜੀ ਸੀਗੀ, ਜਦ ਕਾਫੀ ਜਿਹੜੀ ਸੀਗੀ ਉਹ ਬੇਗ ਜਵਾਲਾ ਦੀ ਤਰ੍ਹਾਂ ਜਿਹੜੀ ਕਾਫੀ ਜਿਹੜੀ ਉਹ ਮਗਣੀ ਸ਼ੁਰੂ ਹੋ ਗਈ। ਇੱਕ ਵਾਰ ਕੀ ਹੋਇਆ, ਇਹ ਸੰਤ ਉੱਤਰਦੇਵ ਜੀ ਦੇ ਦੀਵਾਨ ਦੇ ਵਿੱਚ ਬੈਠੇ ਜਿਹੜੇ ਸੀਗੇ ਇਹ ਕਥਾ ਸੁਣ ਰਹੇ ਸੀ ਸੰਤ ਉੱਤਰਦੇਵ ਜੀ ਤੋਂ। ਅਤੇ ਉਸ ਟਾਈਮ ਸੰਤ ਉੱਤਰਦੇਵ ਜੀ ਨੇ ਜਿਹੜਾ ਕਥਾ ਦਾ ਕਾਂਟਾ ਸੀਗਾ ਇਹ ਬਦਲ ਕੇ ਸੁਖਮਨੀ ਸਾਹਿਬ ਦੀ ਇਸ ਪੰਕਤੀ ਦੇ ਨਾਲ ਜੋੜ ਲਿਆ ਹੈ ਕਿ ਨਾਨਾ ਰੂਪ ਨਾਨਾ ਜਾਂਕੇ ਰੰਗ, ਨਾਨਾ ਭੇਖ ਕਰੇ ਇੱਕ ਰੰਗ। ਜਦ ਇਹਦੀ ਕਥਾ ਵਿਚਾਰ ਜਿਹੜੀ ਸੀ ਇਹ ਸੰਤਾਂ ਨੇ ਸੰਗਤ ਨੂੰ ਸੁਣਨੀ ਸ਼ੁਰੂ ਕੀਤੀ ਅਤੇ ਇੱਧਰੋਂ ਸਰਦਾਰ ਕਰਨੈਲ ਸਿੰਘ ਜਿਹੜੇ ਸੀ ਸੰਗਤ 'ਚ ਬੈਠੇ ਬੜੇ ਪ੍ਰੇਮ ਨਾਲ ਕਥਾ ਸੁਣਦੇ ਸੀਗੇ। ਕਥਾ ਸੁਣਦਿਆਂ ਸੁਣਦਿਆਂ ਉਹਨਾਂ ਨੂੰ ਇਸ ਤਰ੍ਹਾਂ ਦਾ ਪ੍ਰਤੀਤ ਹੋਇਆ ਕਿ ਜਿਹੜੇ ਸੰਤ ਉਹਨਾਂ ਨੂੰ ਬਹੁਤ ਹੀ ਬਿਰਧ ਅਵਸਥਾ ਵਿੱਚ ਕਥਾ ਕਰਦੇ ਜਿਹੜੇ ਸੀਗੇ ਉਹਨਾਂ ਦੇ ਦਰਸ਼ਨ ਹੋਏ। ਇਹ ਦੇਖ ਕੇ ਅਤੇ ਫਿਰ ਕਰਨੈਲ ਸਿੰਘ ਉਹਨਾਂ ਦੇ ਮਨ ਵਿੱਚ ਆਇਆ ਵੀ ਸ਼ਾਇਦ ਇਹ ਮੇਰੇ ਮਨ ਦਾ ਭਰਮ ਹੋ ਸਕਦਾ ਹੈਗਾ। ਪਰ ਜਦੋਂ ਉਹਨਾਂ ਨੇ ਇਹਨਾਂ ਨੂੰ ਬੜੇ ਗੌਰ ਦੇ ਨਾਲ ਸੰਤਾਂ ਵੱਲ ਤੱਕਣਾ ਸ਼ੁਰੂ ਕੀਤਾ ਹੈ, ਜਦ ਕੀ ਦੇਖਿਆ ਤਾਂ ਸੰਤ ਜਿਹੜੇ ਸੀਗੇ ਬਿਲਕੁਲ ਜਵਾਨ ਨਜ਼ਰ ਆਏ, ਜਿਨ੍ਹਾਂ ਦੀ ਉਮਰ ਉਸ ਟਾਈਮ 15-16 ਸਾਲ ਦੇ ਕਰੀਬ ਸੀਗੀ। ਜਦ ਇਹ ਜਿਹੜੀਆਂ 2 ਅਵਸਥਾ ਦੇ ਕੌਤਕ ਸੀਗੇ ਇਹ ਕਰਨੈਲ ਸਿੰਘ ਹੁਣਾਂ ਨੇ ਕਥਾ ਦੇ ਵਿੱਚ ਹੀ ਮਹਾਂਪੁਰਖਾਂ ਦੇ ਚਿਹਰੇ ਵੱਲ ਤੱਕ ਕੇ ਦੇਖੇ ਸੀਗੇ ਅਤੇ ਮਨ ਦੇ ਵਿੱਚ ਬੜੇ ਹੈਰਾਨ ਵੀ ਹੋ ਗਏ ਸੀ ਅਤੇ ਡਰ ਵੀ ਗਏ ਸੀਗੇ ਕਿ ਮੈਨੂੰ ਕੀ ਹੋ ਰਿਹਾ ਹੈਗਾ, ਇਹ ਕਿਤੇ ਮੇਰੇ ਮਨ ਦਾ ਭਰਮ ਨਹੀਂ ਜਾਂ ਵੈਸੇ ਹੀ ਮੈਨੂੰ ਜਿਹੜੀ ਹੈਗੀ ਆ ਕੋਈ ਐਸੀ ਦਿਮਾਗੀ ਬਿਮਾਰੀ ਲੱਗ ਗਈ ਆ ਕਿ ਮੈਨੂੰ ਮਹਾਂਪੁਰਖਾਂ ਦਾ ਰੂਪ ਕਦੀ ਬੁੱਢੇ ਦੇ ਰੂਪ ਦੇ ਵਿੱਚ ਜਿਹੜਾ ਦਿਖਾਈ ਦੇ ਰਿਹਾ ਹੈ, ਕਦੀ ਜਵਾਨ ਦੇ ਰੂਪ ਦੇ ਵਿੱਚ ਦਿਖਾਈ ਦੇ ਰਿਹਾ ਹੈਗਾ। ਪਰ ਕਰਦੇ ਕਰਦੇ ਜਦ ਇਸ ਵਿਚਾਰ ਦੇ ਵਿੱਚ ਸੀਗੇ ਤਾਂ ਕੀ ਦੇਖਿਆ, ਯਕਦਮ ਜਿਹੜੀ ਸੁਰਤ ਸੀਗੀ ਉਹ ਇਹ ਤੋਂ ਨਿਕਲ ਕੇ ਤੇ ਮਹਾਂਪੁਰਖਾਂ ਦੇ ਵਿੱਚ ਸਧਾਰਨ ਹੋ ਗਈ। ਜਦ ਕੀ ਦੇਖਿਆ ਤਾਂ ਸੰਤ ਉੱਤਰਦੇਵ ਜੀ ਉਸੇ ਰੰਗ ਦੇ ਵਿੱਚ ਕਥਾ ਜਿਹੜਾ ਸੀ ਉਹ ਭੋਗ ਪਾ ਕੇ ਅਤੇ ਇਹ ਕਥਾ ਜਿਹੜੀ ਸੀ ਉਹਨਾਂ ਨੇ ਪੂਰੀ ਕਰ ਦਿੱਤੀ। ਉਸ ਤੋਂ ਬਾਅਦ ਫਿਰ ਕਰਨੈਲ ਸਿੰਘ ਦੇ ਮਨ ਦੇ ਵਿੱਚ ਜਿਹੜਾ ਸਗੋਂ ਬੜੀ ਖੁਸ਼ੀ ਹੋਈ। ਜਦ ਖੁਸ਼ੀ ਹੋਈ ਇਸ ਖੁਸ਼ੀ ਦੇ ਵਿੱਚ ਫਿਰ ਇਹ ਨਹੀਂ ਜਿਹੜੀ ਸੀ ਇਹ ਗੱਲ ਕਹਿਣੀ ਸ਼ੁਰੂ ਕੀਤੀ ਕਿ ਮੈਂ ਬੁੱਝ ਲਿਆ, ਮੈਂ ਲੱਭ ਲਿਆ। ਜਦ ਇਹ ਗੱਲ ਹੋਈ ਤਾਂ ਇਹਨੇ ਉੱਚੀ ਉੱਚੀ ਸੰਗਤ 'ਚ ਹੀ ਕਹਿਣਾ ਸ਼ੁਰੂ ਕਰ ਦਿੱਤਾ। ਸੰਗਤ ਸਾਰੀ ਬੜੀ ਹੈਰਾਨ ਹੋਈ। ਉਹਨਾਂ ਨੇ ਕਰਨੈਲ ਸਿੰਘ ਦੇ ਚਿਹਰੇ ਵੱਲ ਦੇਖ ਕੇ ਮਹਾਂਪੁਰਖਾਂ ਨੂੰ ਪੁੱਛਿਆ ਕਿ ਇਹਨੂੰ ਕੀ ਹੋ ਗਿਆ ਹੈ। ਜਦ ਇੰਨੀ ਗੱਲ ਹੋਈ ਆ ਤਾਂ ਸੰਤ ਫਿਰ ਉੱਤਰਦੇਵ ਜੀ ਉਹਨਾਂ ਨੇ ਕਹਿਤਾ ਹੈਗਾ ਕਿ ਭਾਈ ਇਹਨੂੰ ਗੁਰਬਾਣੀ ਦੀ ਰੰਗਤ ਚੜ੍ਹ ਗਈ ਹੈ। ਜਦ ਇੰਨੀ ਗੱਲ ਹੋਈ ਸੀਗੀ ਤਾਂ ਫਿਰ ਇਹ ਜਿਹੜੇ ਸੀਗੇ ਇਹਨਾਂ ਨੂੰ ਪਤਾ ਲੱਗ ਗਿਆ ਸੀਗਾ ਕਿ ਜਿਹੜਾ ਮੇਰੇ ਮਨ ਦਾ ਫੁਰਨਾ ਸੀਗਾ ਵੀ ਵਾਕਿਆ ਗੁਰੂ ਘਰ ਦੇ ਵਿੱਚ ਕੌਤਕਾਂ ਦੇ ਜਿਹੜੇ ਅੰਬਾਰਾਂ ਦੇ ਢੇਰ ਲੱਗੇ ਪਏ ਆ। ਸੋ ਇਹ ਮੇਰੀ ਮਨ ਦੀ ਇੱਛਾ ਜਿਹੜੀ ਸੀਗੀ ਇਹ ਮਹਾਂਪੁਰਖਾਂ ਨੇ ਇਸੇ ਕਥਾ ਦੇ ਵਿੱਚ ਪੂਰੀ ਕਰ ਦਿੱਤੀ ਸੀ। ਸੋ ਫਿਰ ਇਹਨਾਂ ਦਾ ਜਿਹੜਾ ਯਕੀਨ ਸੀਗਾ ਸੰਤ ਉੱਤਰਦੇਵ ਜੀ ਦੇ ਉੱਤੇ ਇੰਨਾ ਵੱਧ ਗਿਆ ਸੀਗਾ ਸਮਾਂ ਪਾ ਕੇ। ਇੱਕ ਵਾਰ ਇਹ ਮਹਾਂਪੁਰਖਾਂ ਦੇ ਕੋਲ ਬੈਠੇ ਸੀਗੇ ਅਤੇ ਜਦੋਂ ਜਿਸ ਜਗ੍ਹਾ ਬੈਠੇ ਸੀ ਉੱਥੋਂ ਇੱਕ ਗੱਡੀ ਦੀ ਜਿਹੜੀ ਲਾਈਨ ਚੱਲ ਰਹੀ ਸੀ। ਉਹਦੇ ਵਿੱਚ ਕੀ ਦੇਖਿਆ ਇੱਕ ਗੱਡੀ ਖੜ੍ਹੀ ਸੀ ਅਤੇ ਇੱਕ ਗੱਡੀ ਜਿਹੜੀ ਚੱਲ ਰਹੀ ਸੀ। ਤਾਂ ਮਹਾਂਪੁਰਖਾਂ ਨੇ ਇਹਨੂੰ ਦੇਖਦੇ ਸਾਰੇ ਕਿਹਾ, ਕਹਿੰਦੇ ਵੀ ਕਰਨੈਲ ਸਿੰਘ ਵੀ ਆਹ ਜਿਹੜੀ ਗੱਡੀ ਖੜ੍ਹੀ ਹੈਗੀ ਆ ਇਹ ਕੀ ਵਾਕਿਆ ਖੜ੍ਹੀ ਹੈ ਜਾਂ ਚੱਲ ਰਹੀ ਹੈ, ਅਤੇ ਜਾਂ ਜਿਹੜੀ ਗੱਡੀ ਚੱਲ ਰਹੀ ਹੈ ਖੜ੍ਹੀ ਹੈ ਕਿ ਵਾਕਿਆ ਚੱਲ ਰਹੀ ਹੈ। ਜਦੋਂ ਮਹਾਂਪੁਰਖਾਂ ਨੇ ਇਸ ਤਰ੍ਹਾਂ ਦੇ ਬਚਨ ਇਹਦੇ ਨਾਲ ਕੀਤੇ, ਇਹਨੇ ਕੀ ਦੇਖਿਆ ਜਿਹੜੀ ਗੱਡੀ ਖੜ੍ਹੀ ਸੀ ਅਤੇ ਇਹਨੂੰ ਚੱਲਦੀ ਪ੍ਰਤੀਤ ਹੋਈ ਆ, ਅਤੇ ਜਿਹੜੀ ਗੱਡੀ ਚੱਲ ਰਹੀ ਸੀ ਟ੍ਰੇਨ ਦੇ ਉੱਤੇ ਜਾਂ ਲਾਈਨ ਦੇ ਉੱਤੇ ਇਹ ਕਰਨੈਲ ਸਿੰਘ ਨੂੰ ਬਿਲਕੁਲ ਖੜ੍ਹੀ ਨਜ਼ਰ ਆਈ ਆ। ਇਹਨੂੰ ਦੇਖ ਕੇ ਫਿਰ ਕਰਨੈਲ ਸਿੰਘ ਜਿਹੜੇ ਸੀਗੇ ਉਹਨਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਕਿ ਵਾਕਿਆ ਹੀ ਉਹ ਜਿਹੜਾ ਕੌਤਕ ਦਾ ਸਮਾਂ ਸੀਗਾ ਜਿਹੜਾ ਮਹਾਂਪੁਰਖਾਂ ਦਾ ਮੈਂ ਦੀਵਾਨ 'ਚ ਦੇਖਿਆ ਸੀਗਾ ਉਹ ਵੀ ਅੱਜ ਮਹਾਂਪੁਰਖਾਂ ਦੇ ਕਹਿਣ ਦੇ ਉੱਤੇ ਇਸ ਗੱਡੀ ਦੇ ਵਿੱਚ ਵੀ ਇਹੋ ਚੀਜ਼ ਮੈਂ ਦੇਖੀ ਆ। ਫਿਰ ਇਹਦਾ ਪ੍ਰੇਮ ਮਹਾਂਪੁਰਖਾਂ ਦੇ ਨਾਲ ਕਾਫੀ ਵੱਧ ਗਿਆ ਸੀਗਾ। ਫਿਰ ਮਹਾਂਪੁਰਖਾਂ ਨੇ ਤੇ ਖੁਸ਼ ਹੋ ਕੇ ਇਹਦੀ ਸੇਵਾ 'ਤੇ ਖੁਸ਼ ਹੋ ਕੇ
फिर इनू 14 किले जमीन भी जिहड़ी सी ने बड़े सस्ते भाव दे उत्ते किसी प्रेमी तो लैके इन्हां नूं सरदार करनैल सिंह हुणां नूं दे दित्ती सी। एक बार फिर सरदार करनैल सिंह हुणी महापुरखां दे कोल अपनी जिहड़ी उन्हां दी वड्डी लड़की जिहदा नाम ना अमर कौर सीगा उन्होंने नाल लेके दर्शन करन आए। जब दर्शन करन आए तो महापुरखा ने इस दी बच्ची वाल देख के कहता कि ये है ना 3 लड़के आ। जब इन्नी गल होई है तो करनैल सिंह भी मन ही मन बड़े हैरान होए, पर महापुरखा नूं कहण लगे जी ये तो मेरी बच्ची अजे कुआरी आ, मैं तो इहदी अजे तक शादी नहीं की, लड़के तो दूर दी गल आ। पर महापुरख जिहड़े सी चुप कर गए। पर समा पा के जद वो बच्ची ब्याही गई है तो उस तो बाद लगातार जिहड़े सीगे ना वो फिर 3 बच्चे होए आ। जब 3 बच्चे होए आ उस तो बाद फिर एक बारी महापुरखा ने जिहड़ा सीगा ये करनैल सिंह नूं पुछया सीगा कि तेरी लड़की जिहड़ी अमर कौर वा ਉਹਦੇ किन्ने बच्चे आ। जद ये गल हुई तो करनैल सिंह ने हथ जोड़ के कहता कि महापुरखो आपने उन्हां टाइमां दे विच 3 बच्चों की जिहड़ी पहलां ही बख्शिश कर दित्ती सी, सो मेरी बच्ची दे भी है ना अगे जिहड़े है 3 लड़के हैगे आ। सो ये है महापुरखां दी किरपालता जिस दे उत्ते भी टुट पैण उहदी सेवा दे उत्ते उहनूं फिर महापुरख जिहड़े सी नदरों नदरी निहाल कर दिंदे आ। इस तरह ना एक सरदार जगरूप सिंह जी होए आ जिहड़े है ना सरदार दलीप सिंह दे भरा सी। ते ये जगरूप सिंह जी ये फौज दे विच उन्हां टाइमां दे विच नौकरी करदे हुंदे सी। जद नौकरी दे समय है ना इन्हां नूं घरों एक चिट्ठी आई आ। चिट्ठी विच घरदिआं ने ये लिखिआ सीगा कि अपने घर है ना संत उत्तरदेव जी जिहड़े है कुछ समय वास्ते आए आ ते असी सारा परिवार बड़े खुश है तो महापुरखां दी सेवा जिहड़ी है बड़ी रज के तो बहुत ही शौक ते चाह दे नाल करदे हैं। जद सरदार जगरूप सिंह हुणां ने घरों आई चिट्ठी पढ़ी आ तो मन दे विच इन्हां दी विचार होई कि जे मैं अज घर हुंदा तो मैं भी संत उत्तरदेव जी दे दर्शन करदा ते उन्हां दी सेवा दे अवसर दा पूरा लाभ उठाउंदा, ते पर मैं हुण की करां ते की ना करां। फिर भी इहदे मन च आई कि क्यों ना होवे कि अगर मैनूं थोड़े जे समय वास्ते छुट्टी मिल जावे तो मैं जाके है ना घर जाके महापुरखां दे दर्शन भी कर सकां ते सेवा भी कर सकां। ये सोच के है ना सरदार जगरूप सिंह हुणां ने जिहड़े अपने मिलिटरी दे बड़े साहब सी उन्हां ने छुट्टी वास्ते जिहड़ी जद बेनती कीती तो ये जिहड़े बड़े साहब सी उन्हें सरदार जगरूप सिंह नूं कहता भी जगरूप सिंह इस टाइम तेरी जिहड़ी है ना वो ट्रेनिंग चल रही है तो जद तक ये ट्रेनिंग पूरी नहीं हुंदी तद तक किसी भी जवान नूं छुट्टी नहीं मिल सकती। जद ये गल जिहड़ा सीगा ये सुन के जगरूप सिंह जिहड़े सीगे मन ही मन जिहड़े सी ये बड़े इस गलों नाराज़ होए कि देखो महापुरख साडे घर च आए पर कुदरत दा खेल ऐसा बनया कि मैनूं कोई छुट्टी नहीं मिली है। ये सोच के जिहड़े सी जद अदास होए है ना, पर इन्हां दी जिहड़ी सुरत सीगी ये घर दे विच सीगी कि अगर मैनूं छुट्टी भावें थोड़े टाइम दी मिलदी तो मैं महापुरखां दे जाके दर्शन करदा ते सेवा करदा। पर जद अगला दिन होया तो उस साहब ने सरदार जगरूप सिंह हुणां नूं अपने दफ्तर विच छड्ड के खुशखबरी सुणाती कि तेरी जिहड़ी है ना छुट्टी आ मैं मंजूर कर लई आ तो तू कुछ टाइम जाके है ना घर दे विच रह के फिर वापस आ जाए। जद ये जिहड़ी सी छुट्टी की दोबारा खबर जगरूप सिंह हुणां ने अपने साहब के मूँहों सुनी आ ते सुणदे सारी इन्नी मन च खुशी हुई कि जगरूप सिंह जिहड़े सीगे उन्होंने ये सारी जिहड़ी विध सीगी जो सारी किरपा सीगी ये संत उत्तरदेव जी दी ही समझी आ कि किवें उन्होंने ये साहब दे अंदर जिहड़ी सी इस गल दी किरपा कर दित्ती आ उन्हां दे हिरदे दे विच तां जो मैनूं जिहड़ी ये छुट्टी है मंजूर होई आ। सो कहण तो भाव ये है कि महापुरख जिहड़े सीगे ना दूर दरेडे बैठे ही अपने प्रेमियां दे जिहड़ी हिरदे दी वेदना सी उहनूं समझ के उत्ते उसे तरह किरपा कर दिंदे सीगे। इस तरह ना एक पंडित सखदेव राज जी वैद होया। ये जिहड़े वैद सीगे ये वैदगी दा काम करदे हुंदे सी, पर फिर भी जिहड़े सी इन्हां दी जिहड़ी घर वाली सीगी वो ठीक नहीं सी रहिंदी ते काफ़ी समय तो इन्हां दे घर दे विच जिहड़ा सीगा कोई बच्चा भी नहीं सीगा। तो इस करके है ना पंडित सखदेव राज जी भावें वैदगी का काम करते हुंदे सी पर घर दे विच संतान ना होने करके है ना अपने जीवन नूं बड़ा ही जिहड़ा सी वो दुखी भरिया समझते हुंदे सीगे। सो इन्हां ने भी है ना संत उत्तरदेव जी की बड़ी महिमा सुनी आ ते ये भी जिहड़े सी दर्शनां वास्ते गए। जब दर्शनां वास्ते गए आ ते इन्हां ने जाके जद महापुरखां नूं मत्था टेकिया ते महापुरखां ने फिर इन्हां नूं ये गल आखी सी कि पंडित सखदेव राज जी भी तुहाडी जिहड़ी घर वाली हैगी आ उहदा की नां है। जद इहो ही पहला प्रश्न महापुरखां ने जिहड़ा सीगा ओह पंडित सखदेव राज नूं कीता तो सखदेव राज जी ने जिहड़ा सी सुभाविक ही जवाब दिता जी मेरी घर वाली दा नां शकुंतला है।
जद शकुंतला ना सुन के महापुरख कहण लगे, कहंदे देखो भाई जिहड़ी दवा हुंदी है ना, दवा किसी भी रोगी नूं उहदी तसीर नूं देख के दित्ती जाती है कि उहदी तसीर किहो जिही है। इसे करके दवा जिहड़ी है कदी किसी नूं ठंडे पानी ना, किसी नूं तत्ते पानी ना, किसी नूं चाह दे नाल, किसी नूं इह दवा जिहड़ी है शहद दे नाल, किसी नूं मक्खण दे नाल दित्ती जांदी आ। पर जिहड़ी दवा हैगी आ, जिहड़ी अरदास है परमात्मा दी, वो केवल ते केवल वाहिगुरू जी दे चरनां दा ध्यान धर के ही कीती जा सकती हैगी आ। जद ये वचन होए सगे तो फिर जिहड़े सगे पंडित सखदेव राज ये महापुरख नूं कहण लगे, कहंदे जी मैं हुण गल तुहाडी पूरी तरह समझ गया हैगा। सो महापुरख कहण लगे अगर तू समझ गया हैगा तो फिर ये भी समझ लै कि तू अपनी जिहड़ी पत्नी जिहदा नाम शकुंतला है ना, इहदा हुण अगर नाम बदल के गौरा रख देवे तो हो सकदा वाहिगुरू तेरे घर दे विच भाग ला देण। जद इन्नी गल होई आ तो पंडित सखदेव राज जी कहण लगे महापुरखो जिम्मे तुहाडा हुक्म है। सो महापुरख कहण लगे भाई गौरा नां जिहड़ा है इस करके रखना हैगा कि गौरा दा मतलब है गौर मड़ी कबर, तां जो वाहिगुरू दी जिहड़ी है ना मौत हैगी आ, ये तेरी घर वाली नूं 24 घंटे 8 पैर जिहड़ी है याद रहे ते मौत दे डर दे नाल इहदा रब दे नाल प्यार बनिया रहे। तो जब रब दे नाल प्यार हो बन जाएगा तो फिर वाहिगुरू दी बख्शिश जिहड़ी हैगी आ ये उस घर दे विच जरूर ही हो जाती है। जब महापुरखा ने फिर ये नाल इस तरह के वचन किए सगे तो उस टाइम कोल एक है ना सरदार जंग सिंह जिहड़े सेवादार सी वो भी बैठे सी। तो महापुरखा ने इन्होंने कहता कि तुसी इस तरह करो कि बाड़े विचों जाके ना 2 खरबूजे लैके आओ। जब जंग सिंह बाड़े में जाके 2 खरबूजे लैके आया तो महापुरखा ने ये दोने खरबूजे जिहड़े सगे ये पंडित सखदेव राज जी दी है ना झोली पाते पा के कहण लगे कि तुसी है ना बस अपने बचनां नूं कमावो ते समा पा के मालक तुहाडे ते मेहर करनगे। देखो इन्हां ने वो जिहड़े 2 खरबूजे सीगे उहदा प्रशाद जिहड़ा सी पूरे परिवार विच वंड के छकिया ते बाकी संगत नूं भी छकाया ते अपनी घर वाली जिहदा नाम शकुंतला सीगा उहदा नाम बदल के फिर इन्हां ने गौरा रखिया। देखो समा पा के फिर इन्हां दे है ना 2 पुत्तर होए आ ते जिहड़ा वड्डा पुत्तर सीगा उस दा नाम इन्हां ने है ना रजिंदर कुमार रखिया ते जिहड़ा छोटा सीगा उहदा नाम इन्हां ने है ना फिर सुरेंद्र कुमार रख दिता सीगा। सो इस तरह एक सरदार है ना जीत सिंह जी होए आ। ये जीत सिंह जी जिहड़े सी ये भी महापुरखां दी संगत सुन के इन्हां दे प्रेमी बन गए सीगे। जद प्रेमी बने समा जिहड़ा सीगा जद अपनी रफ्तारे चलदा गया तो जीत सिंह दी जिहड़ी घर वाली सी ना सुरगवास हो गई। जद सुरगवास होई तो जीत सिंह जिहड़ा सी पूरी तरह टुट गया तो महापुरखां दे दर्शन करन वास्ते आया। जब दर्शन करन वास्ते आया तो महापुरखां दे कोल जाके ने रोना शुरू किया। महापुरखां ने पूछा भी तुसीं काहते रोंदे आ? तो जीत सिंह ने कहा कि मेरी घर वाली सुरगवास हो गई है तो मेरे वास्ते बहुत मुश्किल हो गया है। तो महापुरख कहण लगे, कहंदे अच्छा अगर तेरा घर वाली दे नाल इन्ना ही प्यार है फिर तो हुण तू इहो ही हो सकदा कि अगर तू कोई दूसरा ब्याह करा लवे। जद ये गल हुई तो फिर जीत सिंह ने जिहड़ा सी महापुरखां दा कहना मन के जब दूसरा ब्याह करा लिया तो ये फिर दूसरे ब्याह दे विच एक जिहड़ी लड़की पैदा हुई। जद वो बच्ची बड़ी सुंदर सी बड़ी प्यारी सी, जद वो बच्ची हुई तो इन्हें महापुरखां नूं दस्सिया कि साडे घर लड़की पैदा हुई आ। तो महापुरख आखण लगे कि तुसीं 3 भरा हो, 3 भरावां दे घर जिहड़ी है ना कोई भी धी जां बेटी नहीं है, इस करके बड़ी खुशी की खबर है कि तुहाडे घर इस बच्ची ने जन्म लिया हैगा। पर समा पा के जब जीत सिंह की घर वाली जिहड़ी सीगी वो भी सुरग सुधार गई। तो जीत सिंह जिहड़े सीगे फिर महापुरखां दे दर्शन करन वास्ते आए तो महापुरखां नूं कहण लगे जी मेरी जिहड़ी पत्नी है सुरग सुधार गई है। तो महापुरख कहण लगे कहंदे पहली कि दूसरी? तो फिर जीत सिंह कहण लगे कहंदे भाई नहीं पहली भी सुधार गई सी तो दूसरी भी सुधार गई। तो महापुरख कहण लगे नहीं भाई दूसरी तो इस्त्री जिहड़ी सी वो तेरा कारण बनी है तेरी पहली जिहड़ी इस्त्री नूं लियाउण वास्ते। जब ये गल महापुरखा ने जीत सिंह ने की सी तो जीत सिंह बड़े हैरान होए सी। वो कहण लगे महापुरखो भी मैं तुहाडी गल समझिया नहीं है। तो महापुरख ने कहा ये जिहड़ी तेरी बेटी है जिहड़ी दूसरी पत्नी दे कुख चों पैदा हुई आ यह ही तेरी पहली पत्नी दी रूह हैगी आ। बस यह तेरे घर तेरी धी बन के हुण दोबारा जन्म दे विच प्रगट होई आ। तुसीं हुण इस तरह करो कि इहदी है ना सेवा संभाल करो, यह ही तुहाडे खानदान दा नाम जिहड़ा है वो समा पा के उच्चा करेगी। सो कहण तो भाव ये हैगा कि ये बड़ा ना एक आश्चर्य जो किरपा दा सबूत आ महापुरखां ने सरदार जीत सिंह दे नाल कीता सीगा। सो फिर जीत सिंह ने इस बच्ची का नाम जिहड़ा सीगा ना माया रखिया सी समा पा के।
ਸੋ ਇਸ ਤਰ੍ਹਾਂ ਹੈ ਨਾ ਇੱਕ ਸੁਰਜਨ ਸਿੰਘ ਜੀ ਹੋਏ ਆ, ਜਿਹੜੇ ਸੁਰਜਨ ਸਿੰਘ ਸੀਗੇ ਹੈ ਨਾ, ਇਹਨਾਂ ਨੂੰ ਇੱਕ ਰੋਗ ਜਿਹੜਾ ਸੀਗਾ ਉਹ ਕਾਫੀ ਲੱਗਾ ਸੀਗਾ। ਇਹ ਵੀ ਮਹਾਂਪੁਰਖਾਂ ਦੇ ਜਦ ਦਰਸ਼ਨ ਵਾਸਤੇ ਆਏ ਆ ਅਤੇ ਮਹਾਂਪੁਰਖਾਂ ਨੇ ਇਹਨਾਂ ਨੂੰ ਕੋਲ ਆਉਣ ਦੀ ਆਗਿਆ ਨਹੀਂ ਦਿੱਤੀ, ਪਰ ਇਹਨਾਂ ਨੇ ਹੈ ਨਾ ਆਉਣਾ ਨਹੀਂ ਛੱਡਿਆ। ਜਦ ਆਉਣਾ ਨਹੀਂ ਛੱਡਿਆ ਤਾਂ ਇੱਕ ਦਿਨ ਫਿਰ ਮਹਾਂਪੁਰਖਾਂ ਨੇ ਜਿਹੜੇ ਸੀਗੇ ਸਰਦਾਰ ਸੁਰਜਨ ਸਿੰਘ ਜੀ ਇਹਨਾਂ ਨੂੰ ਆਪਣੇ ਪਾਸ ਬੁਲਾ ਲਿਆ ਅਤੇ ਬੁਲਾ ਕੇ ਕਹਿਣ ਲੱਗੇ, ਕਹਿੰਦੇ ਭਾਈ ਵੀ ਗੱਲ ਇੱਕ ਹੈਗੀ ਆ ਕਿ ਜਦੋਂ ਰੱਬ ਹੈ ਨਾ ਵਿਸਰ ਜਾਂਦਾ ਹੈਗਾ, ਜਦ ਵਿਸਰ ਜਾਂਦਾ ਹੈਗਾ ਤਾਂ ਸਮਝ ਲਓ ਜ਼ਿੰਦਗੀ ਦੇ ਵਿੱਚ ਸਾਰਾ ਕੁਛ ਹੀ ਹੈ ਨਾ ਚਲਾ ਜਾਂਦਾ ਹੈਗਾ। ਇਨਸਾਨ ਜਿਹੜਾ ਹੈ ਨਾ ਉਹ ਫਿਰ ਰੁਲਦਾ ਫਿਰਦਾ ਹੈਗਾ ਦੁਨੀਆ ਦੇ ਵਿੱਚੋਂ, ਜਿਹੜਾ ਹੈ ਨਾ ਧੱਕੇ ਖਾਂਦਾ ਫਿਰਦਾ ਹੈਗਾ। ਪਰ ਅਗਰ ਇਨਸਾਨ ਜਿਹੜਾ ਹੈ ਰੱਬ ਦੀ ਸ਼ਰਨ ਦੇ ਵਿੱਚ ਆ ਜਾਵੇ ਤਾਂ ਉਹ ਰੱਬ ਜਿਹੜੇ ਉਹਦੇ ਪਿਛਲੇ ਸਾਰੇ ਗੁਨਾਹ ਮਾफ़ ਕਰ ਦਿੰਦਾ ਹੈਗਾ। ਜਦ ਮਹਾਂਪੁਰਖਾਂ ਨੇ ਇਹੋ ਜਿਹੇ ਜਿਹੜੇ ਬਚਨ ਸੀਗੇ ਸੁਰਜਨ ਸਿੰਘ ਨਾਲ ਕੀਤੇ ਸੀਗੇ ਅਤੇ ਸੁਰਜਨ ਸਿੰਘ ਨੇ ਆਖਿਆ ਸੀਗਾ ਜੀ ਮੈਂ ਜਿੰਨੇ ਵੀ ਪਿੱਛੇ ਜੋ ਕਰਮ ਕੀਤੇ ਆ ਰੱਬ ਨੂੰ ਭੁੱਲ ਕੇ ਮੈਂ ਉਹ ਤੋਂ ਮਾफ़ੀ ਮੰਗਦਾ, ਪਰ ਅੱਗੇ ਤੋਂ ਇਹ ਬਚਨ ਕਰਦਾ ਕਿ ਗਾਂ ਤੋਂ ਕੋਈ ਐਸਾ ਮਾੜਾ ਕਰਮ ਨਹੀਂ ਕਰਾਂਗਾ। ਜਦ ਇਹ ਗੱਲ ਹੋਈ ਤਾਂ ਮਹਾਂਪੁਰਖ ਫਿਰ ਜਿਹੜੇ ਸੀਗੇ ਉੱਤਰਦੇਵ ਜੀ ਨੂੰ ਕਹਿਣ ਲੱਗੇ ਕਿ ਭਾਈ ਫਿਰ ਅਗਰ ਬਚਨ ਨੂੰ ਮੰਨੇਗਾ ਤਾਂ ਫਿਰ ਇਸ ਤਰ੍ਹਾਂ ਕਰ, ਕੋਲ ਜਿਹੜਾ ਪਾਣੀ ਦਾ ਖਾਲ ਵਗਦਾ ਹੈਗਾ ਇਹਦੇ ਵਿੱਚ ਜਾ ਕੇ ਲੰਮਾ ਪੈ ਜਾ। ਬਸ ਇਹ ਬਚਨ ਸੁਣਦਿਆਂ ਸਾਰੀ ਸੁਰਜਨ ਸਿੰਘ ਜਦ ਖਾਲ ਦੇ ਵਿੱਚ ਲੰਮਾ ਪਿਆ ਤਾਂ ਮਹਾਂਪੁਰਖ ਉੱਥੋਂ ਉੱਠ ਕੇ ਚਲੇ ਗਏ। ਪਰ ਜਦ ਘੰਟੇ ਬਾਅਦ ਵਾਪਸ ਤੇ ਕੀ ਦੇਖਿਆ, ਸੁਰਜਨ ਸਿੰਘ ਉਸੇ ਤਰ੍ਹਾਂ ਖਾਲ ਵਿੱਚ ਲੰਮਾ ਪਿਆ ਹੈ। ਅਤੇ ਜਦ ਖਾਲ 'ਚ ਲੰਮੇ ਪਏ ਨੂੰ ਦੇਖ ਕੇ ਮਹਾਂਪੁਰਖ ਕਹਿਣ ਲੱਗੇ, ਸੁਰਜਨ ਸਿੰਘ ਕੀ ਗੱਲ ਹੋਈ, ਅਜੇ ਤੇਰਾ ਰੋਗ ਨਹੀਂ ਹਟਿਆ, ਅਜੇ ਤੱਕ ਵੀ ਖਾਲ 'ਚ ਲੰਮਾ ਪਿਆ ਹੈ। ਪਰ ਜਦ ਇਹ ਬਚਨ ਸੁਣਦੇ ਸਾਰੀ ਸੁਰਜਨ ਸਿੰਘ ਖਾਲ 'ਚੋਂ ਬਾਹਰ ਨਿਕਲਿਆ ਅਤੇ ਕੀ ਉਹਨੇ ਦੇਖਿਆ ਕਿ ਉਹਨੇ ਆਪਣੇ ਆਪ ਨੂੰ ਬਿਲਕੁਲ ਜਿਹੜਾ 9/9 ਪਾਇਆ। ਵੀ ਇਹਨਾਂ ਦੀ ਜਿਹੜੀ ਸ਼ਰਧਾ ਸੀਗੀ ਇਹ ਵੀ ਹੈ ਨਾ ਮਹਾਂਪੁਰਖਾਂ 'ਤੇ ਕਾਫੀ ਜਿਹੜੀ ਉਹ ਹੋ ਗਈ ਸੀਗੀ। ਸੋ ਇੱਕ ਵਾਰ ਸਰਦਾਰ ਸੁਰਜਨ ਸਿੰਘ ਹੁਣਾਂ ਨੇ ਆਪਣੇ ਖੇਤ ਦੇ ਵਿੱਚ ਇੱਕ ਵਾਰ ਹੈ ਨਾ ਜਦ ਬੋਰ ਲਾਇਆ ਖੇਤ ਦੇ ਵਿੱਚ, ਇਸ ਬੋਰ ਨੇ ਪਾਣੀ ਨਹੀਂ ਚੱਕਿਆ। ਜਦ ਪਾਣੀ ਨਹੀਂ ਚੱਕਿਆ ਅਤੇ ਇਹ ਮਹਾਂਪੁਰਖਾਂ ਦੇ ਦਰਸ਼ਨ ਕਰਨ ਵਾਸਤੇ ਆ ਗਿਆ ਅਤੇ ਉਸ ਟਾਈਮ ਮਹਾਂਪੁਰਖ ਜਿਹੜੇ ਸੀ ਆਪਣੇ ਦੀਵਾਨ ਦੇ ਵਿੱਚ ਸੰਗਤਾਂ ਨਾਲ ਕਥਾ ਵਿਚਾਰ ਕਰ ਰਹੇ ਸੀ। ਕਥਾ ਵਿਚਾਰ ਕਰਦਿਆਂ ਮਹਾਂਪੁਰਖਾਂ ਨੇ ਜਿਹੜਾ ਸੀਗਾ ਆਪਣਾ ਕਾਂਟਾ ਜਿਹੜਾ ਸੀਗਾ ਕਥਾ ਦਾ ਬਦਲ ਕੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਜੇ ਜਿਹੜੀ ਪੱਗ ਹੈਗੀ ਉਹ ਬੰਨ੍ਹਦਿਆਂ ਲੋਟ ਨਾ ਆਵੇ ਹੈ ਨਾ ਤਾਂ ਫਿਰ ਉਹਨੂੰ ਢਾਹ ਕੇ ਦੁਬਾਰਾ ਬੰਨ੍ਹ ਲੈਣੀ ਚਾਹੀਦੀ ਹੈ। ਪਰ ਇਹ ਜਿਹੜਾ ਬਚਨ ਸੀਗਾ ਹੈ ਨਾ ਸੁਰਜਨ ਸਿੰਘ ਹੁਣਾਂ ਨੇ ਇਹ ਮਹਾਂਪੁਰਖਾਂ ਦੇ ਬਚਨ ਜਿਹੜਾ ਸੀਗਾ ਇਹਨੂੰ ਆਪਣੇ ਦਿਮਾਗ ਦੇ ਵਿੱਚ ਜਿਹੜਾ ਸੀਗਾ ਉਹਨੂੰ ਕੈਦ ਕਰ ਲਿਆ ਅਤੇ ਇਹਨਾਂ ਨੂੰ ਸਮਝ ਆ ਗਈ ਕਿ ਮਹਾਂਪੁਰਖਾਂ ਨੇ ਇਸ ਬਚਨ ਦੇ ਵਿੱਚ ਮੈਨੂੰ ਕੀ ਇਸ਼ਾਰਾ ਕੀਤਾ। ਫਿਰ ਸੁਰਜਨ ਸਿੰਘ ਘਰ ਗਏ, ਘਰ ਜਾ ਕੇ ਇਹਨਾਂ ਨੇ ਜਿਹੜਾ ਹੈ ਨਾ ਨਵੀਂ ਜਗ੍ਹਾ 'ਤੇ ਬੋਰ ਕਰਨਾ ਸ਼ੁਰੂ ਕਰ ਦਿੱਤਾ। ਜਦ ਬੋਰ ਕੀਤਾ ਤਾਂ ਇਸ ਬੋਰ ਦੇ ਵਿੱਚੋਂ ਜਿਹੜਾ ਪਾਣੀ ਸੀਗਾ ਉਹ ਬਹੁਤ ਹੀ ਜ਼ਿਆਦਾ ਨਿਕਲਿਆ ਅਤੇ ਭਾਵ ਕੀ ਹੈ ਕਿ ਇਹ ਜਿਹੜਾ ਬਚਨ ਸੀ ਜਦ ਪਕੜ ਵਿੱਚ ਆ ਗਿਆ ਹੈ ਨਾ ਅਤੇ ਫਿਰ ਜਿਹੜਾ ਸੀਗਾ ਸੁਰਜਨ ਸਿੰਘ ਦਾ ਜੋ ਮਨਸ਼ਾ ਬੋਰ ਦਾ ਸੀਗਾ ਦੂਸਰੀ ਜਗ੍ਹਾ 'ਤੇ ਪੱਟ ਕੇ ਲਾਉਣ ਦਾ ਉਹ ਵੀ ਜਿਹੜਾ ਸੀਗਾ ਸਹਿਜ ਦੇ ਵਿੱਚ ਹੀ ਪੂਰਾ ਹੋ ਗਿਆ ਸੀਗਾ। ਇਸੇ ਤਰ੍ਹਾਂ ਹੈ ਨਾ ਇੱਕ ਹੈ ਨਾ ਸਰਦਾਰ ਬਚਨ ਸਿੰਘ ਜੀ ਹੋਏ ਆ। ਜਿਹੜੇ ਸਰਦਾਰ ਬਚਨ ਸਿੰਘ ਸੀ ਹੈ ਨਾ ਇਹ ਵੀ ਮਹਾਂਪੁਰਖਾਂ ਦੀ ਸੰਗਤ ਸੁਣ ਕੇ ਜਦ ਇਹਨਾਂ ਦੇ ਸ਼ਰਧਾਲੂ ਬਣੇ ਆ ਅਤੇ ਕੁਛ ਚਿਰ ਬਾਅਦ ਹੈ ਨਾ ਬਚਨ ਸਿੰਘ ਦੀ ਜਿਹੜੀ ਸੀ ਘਰ ਵਾਲੀ ਉਹ ਪੂਰੀ ਹੋ ਗਈ, ਪਰ ਇਹਨਾਂ ਦੇ ਜਿਹੜੇ ਬੱਚੇ ਸੀਗੇ ਇਹਨਾਂ ਦਾ ਫਿਕਰ ਬਚਨ ਸਿੰਘ ਨੂੰ ਸੁਧਾਰ ਨਹੀਂ ਸੀਗਾ। ਜਦ ਇਹਨਾਂ ਨੇ ਮਹਾਂਪੁਰਖਾਂ ਦੇ ਕੋਲ ਜਾ ਕੇ ਮਹਾਂਪੁਰਖਾਂ ਨੇ ਬਚਨ ਕੀਤੇ ਆ ਕਿ ਮੇਰੀ ਘਰ ਵਾਲੀ ਪੂਰੀ ਹੋ ਗਈ ਪਰ ਮੇਰੇ ਬੱਚੇ ਛੋਟੇ ਛੋਟੇ ਆ, ਮੈਨੂੰ ਉਹਨਾਂ ਦੀ ਹਰ ਟਾਈਮ ਚਿੰਤਾ ਫਿਕਰ ਜਿਹੜਾ ਹੈਗਾ ਉਹ ਲੱਗਾ ਰਹਿੰਦਾ ਹੈਗਾ, ਦੱਸੋ ਮੈਂ ਕੀ ਕਰਾਂ। ਤਾਂ ਮਹਾਂਪੁਰਖਾਂ ਨੇ ਕਹਿਣ ਲੱਗੇ, ਕਹਿੰਦੇ ਭਾਈ ਤੁਸੀਂ ਸੰਗਤ ਦੀ ਸੇਵਾ ਕਰੀ ਜਾਓ, ਜਿਹੜੇ ਸੰਗਤ ਦੀ ਸੇਵਾ ਜਗਿਆਸੂ ਕਰਦੇ ਆ ਉਹਨਾਂ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਹਨ ਵਾਹਿਗੁਰੂ ਚੱਕ ਲੈਂਦਾ। ਇਸ ਕਰਕੇ ਸੇਵਾਦਾਰ ਜਿਹੜੀ ਸੰਗਤ ਦੀ ਸੇਵਾ ਕਰਦੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਫਿਕਰ ਨਹੀਂ ਕਰਨੀ ਚਾਹੀਦੀ। ਸੋ ਇਹ ਜਿਹੜੇ ਬਚਨ ਸਿੰਘ ਸੀਗੇ ਇਹ ਸੁਣ ਕੇ ਹੈ ਨਾ ਫਿਰ ਮਹਾਂਪੁਰਖਾਂ ਦੀ ਸੰਗਤ ਦੀ ਸੇਵਾ ਕਰਨ ਲੱਗ ਪਏ। ਜਦ ਸੇਵਾ ਕਰਨ ਲੱਗੇ ਤਾਂ ਇੱਕ ਦਿਨ ਮਹਾਂਪੁਰਖਾਂ ਨੇ ਬਚਨ ਸਿੰਘ ਜਿਹੜੇ ਸੀਗੇ ਇਹਨਾਂ ਨੂੰ ਕੋਲ ਬੁਲਾਇਆ ਅਤੇ ਕਹਿਣ ਲੱਗੇ ਕਿ ਸਾਡਾ ਅੱਜ ਤੇਰੇ ਘਰੋਂ ਚਾਹ ਪੀਣ ਨੂੰ ਬੜਾ ਦਿਲ ਕਰਦਾ, ਤੂੰ ਘਰ ਜਾ ਕੇ ਚਾਹ ਬਣਾ ਕੇ ਲੈ ਕੇ ਆ। ਜਦ ਇੰਨਾ ਬਚਨ ਸੁਣਿਆ ਤਾਂ ਬਚਨ ਸਿੰਘ ਜਦ ਘਰ ਗਏ ਆ ਅਤੇ ਜਦ ਇਹਨਾਂ ਨੇ ਘਰ ਜਾ ਕੇ ਕੀ ਦੇਖਿਆ ਕਿ ਇੱਕ ਗਵਾਂਢਣ ਜਿਹੜੀ ਸੀਗੀ ਹੈ ਨਾ ਉਹਨੇ ਬਚਨ ਸਿੰਘ ਦੀ ਇੱਕ ਲੜਕੀ ਨੂੰ ਫੁਸਲਾ ਕੇ ਇੱਕ ਬੋਰੀ ਮੂੰਗਫਲੀ ਦੀ ਭਰ ਕੇ ਆਪਣੇ ਸਿਰ 'ਤੇ ਚੱਕ ਕੇ ਉਹ ਘਰ ਨੂੰ ਜਾ ਰਹੀ ਸੀ। ਪਰ ਸਾਹਮਣੇ ਬਚਨ ਸਿੰਘ ਨੂੰ ਆਉਂਦਾ ਦੇਖਿਆ ਨਾ ਮੂੰਗਫਲੀ ਸੱਟ ਕੇ ਬੋਰੀ ਜਿਹੜੀ ਸੀਗੀ ਉਹ ਘਰ ਨੂੰ ਉੱਦਾਂ ਹੀ ਨੱਠ ਗਏ। ਪਰ ਬਚਨ ਸਿੰਘ ਨੇ ਇਹ ਦੇਖ ਰਿਹਾ ਸੀਗਾ ਕਿ ਇਹ ਮੂੰਗਫਲੀ ਮੇਰੇ ਘਰ ਦੀ ਹੈ ਅਤੇ ਕਿਵੇਂ ਗਵਾਂਢਣ ਜਿਹੜੀ ਹੈਗੀ ਆ ਮੇਰੇ ਬੱਚਿਆਂ ਨੂੰ ਫੁਸਲਾ ਕੇ ਅਤੇ ਇਹ ਮੂੰਗਫਲੀ ਦੀ ਬੋਰੀ ਜਿਹੜੀ ਹੈ ਚੋਰੀ ਕਰਕੇ ਲਿਜਾ ਰਹੀ ਆ। ਪਰ ਬਚਨ ਸਿੰਘ ਨੇ ਫਿਰ ਉਹ ਬੋਰੀ ਚੱਕ ਕੇ ਆਪਣੇ ਘਰ ਦੇ ਵਿੱਚ ਲਿਆਂਦੀ, ਪਰ ਮਨ ਦੇ ਵਿੱਚ ਬੜਾ ਇਸ ਗੱਲ ਦਾ ਦੁੱਖ ਮਨਾਇਆ ਕਿ ਦੇਖੋ ਮੇਰੇ ਬੱਚੇ ਛੋਟੇ ਛੋਟੇ ਆ ਪਰ ਆਂਢ ਗੁਆਂਢ ਜਿਹੜੇ ਹੈਗੇ ਕਿਵੇਂ ਮੇਰੇ ਘਰ ਨੂੰ ਲੁੱਟ ਰਹੇ ਆ।
ਮੁੜ ਕੇ ਫਿਰ ਸਰਦਾਰ ਬਚਨ ਸਿੰਘ ਹੋਣਾ ਨੇ ਮਹਾਂਪੁਰਖਾਂ ਦੇ ਨਾਲ ਇਸ ਤਰ੍ਹਾਂ ਦੀ ਫਿਰ ਵਿਚਾਰ ਕੀਤੀ ਤਾਂ ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਬਚਨ ਸਿਆਂ ਸੇਵਾ ਕਰੀਦੀ ਹੁੰਦੀ ਸੇਵਾ, ਘਰ ਦਾ ਫਿਕਰ ਨਾ ਕਰ, ਘਰ ਦੀ ਚਿੰਤਾ ਕਰਨ ਦੀ ਲੋੜ ਨਹੀਂ। ਜਿਸ ਗੁਰੂ ਦੀ, ਜਿਸ ਗੁਰੂ ਨਾਨਕ ਸਾਹਿਬ ਦੀ, ਜਿਸ ਨਿਰੰਕਾਰ ਅਕਾਲ ਪੁਰਖ ਦੀ ਤੁਸੀਂ ਸੇਵਾ ਕਰਦੇ ਆ, ਉਹੀ ਅਕਾਲ ਪੁਰਖ ਨਾ ਘਰ ਦੀਆਂ ਸਾਰੀਆਂ ਜਿਹੜੀਆਂ ਹਨ ਜ਼ਿੰਮੇਵਾਰੀਆਂ ਹੈਗੀਆਂ ਉਹ ਆਪਣੇ ਉੱਪਰ ਖੁਦ ਹੀ ਲੈ ਲੈਂਦਾ। ਪਰ ਇੱਕ ਦਿਨ ਬਚਨ ਸਿੰਘ ਹੁਣਾਂ ਨੇ ਦੇਖਿਆ ਕਿ ਉਹ ਘਰ ਦੇ ਵਿੱਚ ਸੁੱਤੇ ਪਏ ਸੀ, ਪਰ ਘਰ ਦਾ ਜਿਹੜਾ ਹੈ ਨਾ ਮੇਨ ਦਰਵਾਜ਼ਾ ਖੁੱਲ੍ਹਾ ਸੀਗਾ। ਇਹ ਦੇਖ ਕੇ ਨਾ ਬਚਨ ਸਿੰਘ ਯਕਦਮ ਘਬਰਾ ਗਿਆ, ਪਰ ਘਰ ਦੇ ਵਿੱਚ ਜਦ ਨਿਗਾਹ ਮਾਰੀ ਜਾਂ ਕੀ ਦੇਖਿਆ, ਘਰ ਦਾ ਸਾਰਾ ਸਮਾਨ ਜਿਹੜਾ ਸੀਗਾ ਨਾ ਉਸੇ ਤਰ੍ਹਾਂ ਪਿਆ ਸੀਗਾ, ਇੱਕ ਸੂਈ ਜਿੰਨਾ ਵੀ ਜਿਹੜਾ ਕੋਈ ਚੀਜ਼ ਚੱਕ ਕੇ ਨਹੀਂ ਸੀ ਲੈ ਕੇ ਗਿਆ। ਪਰ ਜਦੋਂ ਉਹਨਾਂ ਨੇ ਇਸ ਚੋਰੀ ਦੀ ਵੀ ਗੱਲ ਜਿਹੜੀ ਸੀ ਸੰਤ ਉੱਤਰਦੇਵ ਜੀ ਨਾਲ ਕੀਤੀ ਸੀ ਤਾਂ ਮਹਾਂਪੁਰਖਾਂ ਨੇ ਇਹੋ ਹੀ ਇਹਨੂੰ ਕਿਹਾ ਸੀਗਾ, ਕਹਿੰਦੇ ਭਾਈ ਸੇਵਾ ਕਰ, ਘਰ ਦਾ ਫਿਕਰ ਨਾ ਕਰ ਹੈਗਾ, ਜਿਹਦੀ ਸੇਵਾ ਕਰਦਾ ਹੈ ਨਾ ਉਹਨੂੰ ਫਿਕਰ ਹੈਗਾ। ਜਿਵੇਂ ਗੁਰਬਾਣੀ ਦਾ ਫਰਮਾਨ ਰਿਹਾ ਕਿ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸੀ ਹੈ। ਇਸੇ ਤਰ੍ਹਾਂ ਨਾ ਇੱਕ ਲੰਬੜਦਾਰ ਸਰਦਾਰ ਕਰਤਾਰ ਸਿੰਘ ਜੀ ਹੋਏ। ਕਰਤਾਰ ਸਿੰਘ ਜਿਹੜੇ ਸੀਗੇ ਇਹ ਵੀ ਮਹਾਂਪੁਰਖਾਂ ਦੀ ਸੰਗਤ ਕਰਕੇ ਸ਼ਰਧਾਲੂ ਬਣੇ ਆ, ਅਤੇ ਇਹਨਾਂ ਨੇ ਸਮਾਂ ਪਾ ਕੇ ਹੈ ਨਾ ਆਪਣੀ ਜ਼ਮੀਨ ਦੇ ਵਿੱਚ ਇੱਕ ਨਵਾਂ ਮਕਾਨ ਬਣਾਇਆ। ਜਦ ਨਵਾਂ ਮਕਾਨ ਬਣਾਇਆ ਤਾਂ ਉਸ ਮਕਾਨ ਦੇ ਵਿੱਚ ਇੱਕ ਐਸੀ ਜਿਹੜੀ ਸੀ ਦਿਲਚਸਪ ਘਟਨਾ ਵਾਪਰੀ ਆ ਕਿ ਉਹ ਮਕਾਨ ਜਿਹੜਾ ਸੀਗਾ ਉਹ ਰਾਤ ਨੂੰ ਆਪਣੇ ਆਪ ਬੋਲਣ ਲੱਗ ਪਿਆ, ਅਤੇ ਉਹਦੇ ਬੋਲਣ ਨਾਲ ਜਿਹੜੇ ਗਾਡਰ ਸੀਗੇ ਉਹ ਵੀ ਆਪਣੇ ਆਪ ਜਿਹੜੇ ਸੀਗੇ ਉਹ ਹਿਲਦੇ ਮਹਿਸੂਸ ਹੋਣੇ। ਪਰ ਜਦ ਇਸ ਲੰਬੜਦਾਰ ਕਰਤਾਰ ਸਿੰਘ ਹੁਣਾਂ ਨੇ ਨਾ ਮਹਾਂਪੁਰਖਾਂ ਨੂੰ ਇਸ ਗੱਲ ਦੀ ਦੱਸੀ ਸੀ ਮਕਾਨ ਦੀ, ਕਿ ਸਾਡੇ ਮਕਾਨ ਵਿੱਚ ਇਸ ਤਰ੍ਹਾਂ ਦੀ ਘਟਨਾ ਜਿਹੜੀ ਹੈ ਰੋਜ਼ ਹੀ ਵਾਪਰਦੀ ਰਹਿੰਦੀ ਆ, ਅਤੇ ਮਹਾਂਪੁਰਖਾਂ ਨੇ ਕਿਹਾ ਭਾਈ ਜਿਸ ਘਰ ਦੇ ਵਿੱਚ ਮਹਾਂਪੁਰਖਾਂ ਦਾ ਵਾਸਾ ਹੋਵੇ ਉੱਥੇ ਜਿਹੜੀ ਕੋਈ ਘਟਨਾ ਉਹ ਕਦੇ ਨਹੀਂ ਵਾਪਰਦੀ। ਜਦ ਇਹ ਬਚਨ ਕੀਤਾ ਸੀਗਾ ਅਤੇ ਫਿਰ ਲੰਬੜਦਾਰ ਕਰਤਾਰ ਸਿੰਘ ਜਿਹੜਾ ਸੀ ਮਹਾਂਪੁਰਖਾਂ ਦਾ ਇਹ ਬਚਨ ਜਿਹੜਾ ਸੀਗਾ ਇਸਨੇ ਆਪਣੀ ਸਮਝ ਦੇ ਵਿੱਚ ਲੈ ਲਿਆ ਸੀਗਾ, ਅਤੇ ਘਰ ਆ ਕੇ ਇਹਨੇ ਜਿਹੜੀ ਸੀਗੀ ਗੁਰੂ ਨਾਨਕ ਦੀ ਬਾਣੀ ਨੂੰ ਪੜ੍ਹਨਾ ਸ਼ੁਰੂ ਕਰ ਦਿੱਤਾ ਹੈ। ਜਦ ਭਜਨ ਸਿਮਰਨ ਅਤੇ ਸਾਧਾਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਆ, ਪਰ ਨਾਲ ਹੀ ਜਿਹੜਾ ਮਕਾਨ ਸੀਗਾ ਬੋਲਣੋਂ ਵੀ ਹਟ ਗਿਆ, ਅਤੇ ਇਹ ਸਾਰੀ ਘਟਨਾ ਜਿਹੜੀ ਸੀ ਯਕਦਮ ਬੰਦ ਹੋ ਗਈ। ਪਰ ਉਸ ਤੋਂ ਬਾਅਦ ਫਿਰ ਇੱਕ ਵਾਰੀ ਮਹਾਂਪੁਰਖਾਂ ਦੇ ਦਰਸ਼ਨ ਕਰਨ ਗਿਆ, ਅਤੇ ਇਹਨੇ ਮਹਾਂਪੁਰਖਾਂ ਨੂੰ ਕਹਿ ਤਾ ਕਿ ਜੀ ਮੇਰੇ ਜਿਹੜੇ ਹੈ ਨਾ ਬਲਦ ਹੈਗੇ ਆ ਇਹ ਕਦੀ ਬਚਦੇ ਨਹੀਂ, ਮੈਂ ਜਿੰਨੇ ਵੀ ਬਲਦ ਲਿਆਉਂਦਾ ਨਾ ਸਮੇਂ ਸਮੇਂ 'ਤੇ ਬੜੇ ਮਰਦੇ ਰਹਿੰਦੇ ਆ, ਅਤੇ ਮੈਂ ਇਸ ਗੱਲੋਂ ਬੜਾ ਪਰੇਸ਼ਾਨ ਹੈਗਾ, ਦੱਸੋ ਮੈਂ ਕੀ ਕਰਾਂ। ਜਦ ਇਹ ਗੱਲ ਹੋਈ ਤਾਂ ਮਹਾਂਪੁਰਖਾਂ ਨੇ ਫਿਰ ਇਹਦੇ ਵੱਲ ਦੇਖ ਕੇ ਲੰਬੜਦਾਰ ਵੱਲ ਇਹਨੂੰ ਇਹ ਗੱਲ ਕਹਿਣ ਲੱਗੇ, ਕਹਿੰਦੇ ਸਾਨੂੰ ਇਹ ਦੱਸ ਕਿ ਤੂੰ ਜਿਹੜਾ ਹੈ ਨਾ ਆਪਣੀ ਜ਼ਿੰਦਗੀ ਵਿੱਚ ਮਹੀਨੇ ਦੇ ਵਿੱਚ ਵਰਤ ਕਿੰਨੇ ਰੱਖਦਾ ਹੈ। ਜਦ ਮਹਾਂਪੁਰਖਾਂ ਨੇ ਇਹਨੂੰ ਵਰਤ ਦੀ ਗੱਲ ਪੁੱਛੀ ਹੈ, ਅਤੇ ਇਹਨੇ ਦੱਸਿਆ ਜੀ ਮੈਂ ਹੈ ਨਾ ਪੂਰਨਮਾਸ਼ੀ ਦਾ ਵੀ ਵਰਤ ਰੱਖਦਾ ਅਤੇ ਏਕਾਦਸ਼ੀ ਦਾ ਵਰਤ ਵੀ ਰੱਖਦਾ ਹੈ। ਅਤੇ ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਦੇਖ ਭਾਈ ਅਗਰ ਵਰਤ ਰੱਖਣਾ ਹੈ ਤਾਂ ਵਰਤ ਇਸ ਢੰਗ ਦਾ ਰੱਖੀਦਾ ਕਿ ਕਿਸੇ ਦਾ ਹੱਕ ਨਹੀਂ ਖਾਣਾ, ਇਹ ਵਰਤ ਰੱਖੀਦਾ ਹੈਗਾ। ਜ਼ਿੰਦਗੀ ਵਿੱਚ ਕਿਸੇ ਦੇ ਪ੍ਰਤੀ ਮਾੜੀ ਸੋਚ ਨਹੀਂ ਸੋਚਣੀ, ਇਹ ਵਰਤ ਰੱਖੀਦਾ। ਕਿਸੇ ਦੀ ਨਿੰਦਾ ਚੁਗਲੀ ਨਹੀਂ ਕਰਨੀ। ਜਦ ਮਹਾਂਪੁਰਖਾਂ ਨੇ ਉਪਦੇਸ਼ ਕਰਕੇ ਇਹਨੂੰ ਇਹ ਵਰਤ ਰੱਖਣ ਦੀ ਜਿਹੜੀ ਹੈ ਨਾ ਸਲਾਹ ਦਿੱਤੀ, ਤਾਂ ਫਿਰ ਇਹਨੇ ਦੇਖਿਆ ਕਿ ਮੈਂ ਜਿਹੜਾ ਮਹਾਂਪੁਰਖਾਂ ਦਾ ਇਸ਼ਾਰਾ ਹੈਗਾ ਉਹ ਸਮਝ ਗਿਆ ਹੈ ਕਿ ਮੈਂ ਇੱਕ ਜ਼ਿੰਦਗੀ 'ਚ ਚੰਗਾ ਨੇਕ ਇਨਸਾਨ ਬਣਾਂਗਾ, ਅਤੇ ਕਦੀ ਵੀ ਜਿਹੜੀ ਦੁਨੀਆ ਦੇ ਜਿਹੜੇ ਝੂਠੇ ਭਰਮ ਭੁਲੇਖ ਧਰਮਾਂ ਦੇ ਦੁਨੀਆ ਦੇ ਅੰਦਰ ਪਏ ਆ ਉਹ ਸਾਰੇ ਹੀ ਤਿਆਗ ਕੇ ਤਾਂ ਗੁਰੂ ਦਾ ਸਿੱਖ ਜਿਹੜਾ ਹੈ ਨਾ ਸੱਚੇ ਦਿਲੋਂ ਬਣੂੰਗਾ। ਉਸ ਤੋਂ ਬਾਅਦ ਫਿਰ ਇਹਨੇ ਦੇਖਿਆ ਕਿ ਉਸ ਤੋਂ ਬਾਅਦ ਇਹਦੇ ਜਿਹੜੇ ਬਲਦ ਸੀਗੇ ਉਹ ਜ਼ਿੰਦਗੀ ਵਿੱਚ ਨਹੀਂ ਮਰੇ, ਅਤੇ ਇਹਦੀ ਖੇਤੀਬਾੜੀ ਜਿਹੜੀ ਸੀ ਹੈ ਨਾ ਉਹ ਵੀ ਬਹੁਤ ਸੋਹਣੇ ਢੰਗ ਦੇ ਨਾਲ ਫਿਰ ਚੱਲਣ ਲੱਗ ਪਈ ਸੀ। ਸੋ ਮਹਾਂਪੁਰਖਾਂ ਨੇ ਇਸ ਦੇ ਉੱਤੇ ਵੀ ਖੁਸ਼ ਹੋ ਕੇ ਇਹਦਾ ਜਿਹੜਾ ਵੱਡਾ ਲੜਕਾ ਸੀਗਾ ਉਹਨੂੰ ਇੱਕ ਚੰਗੀ ਨੌਕਰੀ ਦੇ ਉੱਤੇ ਵੀ ਦਵਾ ਦਿੱਤਾ ਸੀਗਾ। ਇਸੇ ਤਰ੍ਹਾਂ ਇੱਕ ਸਰਦਾਰ ਪ੍ਰੀਤਮ ਸਿੰਘ ਜੀ CO ਹੋਏ ਆ। ਇਹ ਜਿਹੜੇ ਸਰਦਾਰ ਪ੍ਰੀਤਮ ਸਿੰਘ CO ਸੀਗੇ ਹੈ ਨਾ ਇਹ ਵੀ ਹੈ ਨਾ ਮਹਾਂਪੁਰਖਾਂ ਦੇ ਪ੍ਰੇਮੀ ਹੋਏ ਆ। ਜਦ ਪ੍ਰੇਮੀ ਹੋਏ ਆ ਅਤੇ ਇੱਕ ਵਾਰ ਇਹ ਵੀ ਹੈ ਨਾ ਮਹਾਂਪੁਰਖਾਂ ਦਾ ਬਚਨ ਸੁਣਦੇ ਸੀਗੇ। ਬਚਨ ਦੇ ਵਿੱਚ ਇਹਨਾਂ ਦੀ ਜਿਹੜੀ ਸੁਰਤ ਸੀਗੀ ਹੈ ਨਾ ਘਰ ਦੀ ਖੇਤੀਬਾੜੀ ਵਿੱਚ ਬਲਦਾਂ ਦੇ ਵਿੱਚ ਚੱਲ ਗਈ। ਜਦ ਬਲਦਾਂ ਚੱਲ ਗਏ ਤਾਂ ਮਹਾਂਪੁਰਖਾਂ ਨੇ ਇਹਨਾਂ ਨੂੰ ਕਹਿ ਦਿੱਤਾ ਪ੍ਰੀਤਮ ਸਿੰਘ CO ਹੁਣਾਂ ਨੂੰ, ਕਹਿੰਦੇ ਭਾਈ ਆਪਣੀ ਸੁਰਤ ਨੂੰ ਬਲਦਾਂ ਵਿੱਚੋਂ ਕੱਢ ਕੇ ਸ਼ਬਦ ਦੇ ਵਿੱਚ ਟਿਕਾਓ। ਜਦ ਇੰਨੀ ਗੱਲ ਹੋਈ ਆ ਅਤੇ ਪ੍ਰੀਤਮ ਸਿੰਘ ਜਿਹੜੇ ਸੀ ਇਹ ਬਚਨ ਸੁਣ ਕੇ ਬੜੇ ਹੈਰਾਨ ਹੋਏ, ਪਰ ਉਹਨਾਂ ਨੂੰ ਪਤਾ ਲੱਗਾ ਕਿ ਮਹਾਂਪੁਰਖ ਜਿਹੜੇ ਹਨ ਇਹ ਬੜੇ ਘੱਟ ਦੀ ਅੰਤਰ ਦੀ ਜਾਣਨ ਵਾਲੇ ਹੈਗੇ ਆ। ਸੋ ਇਹਨਾਂ ਨੇ ਇਹ ਸਾਰੀ ਜਿਹੜੀ ਅੰਦਰ ਦੀ ਆਤਮਾ ਦੀ ਗੱਲ ਬੁੱਝਣ ਵਾਲੀ ਜਿਹੜੀ ਸੀਗੀ ਇਹ ਤੋਂ ਸੁਣ ਕੇ ਹੈ ਨਾ ਮਹਾਂਪੁਰਖਾਂ 'ਤੇ ਸ਼ਰਧਾ ਹੋਰ ਬੜੀ ਪਰਪੱਕ ਹੋ ਗਈ। ਇੱਕ ਵਾਰ ਜਦ ਫੇਰ ਦਰਸ਼ਨਾਂ ਵਾਸਤੇ ਆਏ ਉਸ ਟਾਈਮ ਹੈ ਨਾ ਮਹਾਂਪੁਰਖ ਜਿਹੜੇ ਸੀਗੇ ਕਿਸੇ ਆਰੇ ਦੇ ਉੱਤੇ ਹੈ ਨਾ ਬਾਲਣ ਦੀ ਜਿਹੜਾ ਸੀਗਾ ਲੰਗਰ ਵਾਸਤੇ ਉਹ ਚਰਾ ਰਹੇ ਸੀਗੇ। ਪਰ ਜਦ ਇਹਨੇ ਜਾ ਕੇ ਮਹਾਂਪੁਰਖਾਂ ਦੇ ਕੋਲ ਮੱਥਾ ਟੇਕਿਆ ਅਤੇ ਮਹਾਂਪੁਰਖਾਂ ਨੇ ਉਸ ਟਾਈਮ ਇਹਨੂੰ ਇੱਕ ਜਿਹੜਾ ਹੱਥ ਦੇ ਵਿੱਚ ਲੱਕੜ ਦਾ ਸੁੱਕਾ ਸੱਕ ਫੜਾ ਤਾ ਅਤੇ ਕਹਿਣ ਲੱਗੇ ਭਾਈ ਇਸ ਟਾਈਮ ਤਾਂ ਸਾਡੇ ਕੋਲ ਇਹੀ ਕੁਛ ਹੈ, ਬਾਕੀ ਤੇਰੀ ਮਰਜ਼ੀ ਹੈ, ਅਗਰ ਤੂੰ ਇਸ ਨੂੰ ਲਿਜਾਣਾ ਹੈ ਤਾਂ ਕਰ ਲੈ ਜਾ, ਜੇ ਨਹੀਂ ਲਿਜਾਣਾ ਤਾਂ ਤੇਰੀ ਮਰਜ਼ੀ।
पर क्योंकि प्रीतम सिंह हुणां नूं गल समझ आ गई सी, उन्होंने ये जिहड़ा सुक्का अपने लकड़ का शक सीगा है ना, इनू प्रसाद वजों लै लिया सीगा। ते जद इन्होंने घर लिजा के रखिया है ना, उस तो बाद इन्हां दे घर दे विच जिहड़े सीगे वो बारे न्यारे होने शुरू हो गए। सो इस तरह इन्होंने एक 1958 दे विच है ना बोर लाउणा सीगा, ते इन्होंने सोचा कि चलो महापुरखां दी सलाह लैंदे आ, जिवें महापुरख कहणगे उस तरह असीं बोर जां खूही लवा लैंदे आ। सो ये सोच के है ना प्रीतम सिंह महापुरखां दे दर्शनां वास्ते आए, तो जाके कहण लगे महापुरखो भी मेरा चित्त है ना जानी कि खूही लवाउण नूं करदा है, दसो मैनूं की हुक्म है। तो महापुरख कहण लगे, कहंदे भाई दरअसल ये गल है कि तैनूं पानी चाहिदा हैगा, पानी चाहे खूही दा होवे चाहे बोर दा होवे, जिवें तेरी इच्छा हैगी तूं उस तरह लवा ला। पर प्रीतम सिंह ने जब ज़्यादा महापुरखां नूं कहा तो महापुरख कहण लगे कि सानूं तो इस तरह लगदा है अगर तू खूही दी जगह है ना बोर लवा लवें तो ये तेरे वास्ते वधिया हैगा। दूसरा गल है कि खूही नालों बोर का खर्चा भी घट आवेगा तो मेहनत मजदूरी भी घट आवेगी। सो कहण तो भाव आ इन्हां ने जिहड़ा बोर सीगा 1958 विच लाया सीगा, ते उस तो बाद फिर ना ये जिहड़ा बोर सीगा ये पानी दे नाल जिहड़ा सीगा ये आउणा बहुत शुरू हो गया सीगा। भाव की है ये जद कामयाबी इन्हां नूं मिली आ, इन्हां दी शरधा भी जिहड़ी सी परपगता होर जिहड़ी सी दूनी चौणी होनी शुरू हो गई। एक बार फिर यह प्रीतम सिंह जिहड़े सी महापुरखां दे फिर दर्शन करन आए। जब दर्शन करन आए तो उस टाइम महापुरख जिहड़े सी ना ये सरदार बग्गा सिंह ते कुछ होर प्रेमियां नाल बैठे है ना गुरु घर दे बचन विलास कर रहे सी। ते जद बचन विलास कर रहे थे तो प्रीतम सिंह जिहड़े सी सामने आ रहे सी, ते महापुरख जिहड़े सी बग्गा सिंह नूं कहण लगे कि प्रीतम सिंह सामने अपने पास आ रहा है, अगर साडा पुछणगे तो तुसीं साडे बारे कुछ नहीं दसना हैगा। जद इन्नी गल होई आ ते बाकी जिहड़े बग्गा सिंह सी इहदे प्रेमी महापुरखां दा बचन सुन के चुप कर गए। पर इधरों प्रीतम सिंह जद बग्गा सिंह दे पास आए तो पुछण लगा, कहंदा भी मैं बाबा जी नूं मिलना हैगा, दसो बाबे कित्थे आ। जद इन्नी गल कहण दी ढेर आ तां जिहड़े सरदार बग्गा सिंह सीगे ये कहण लगे, कहंदे भी पहले तो इत्थे सी पर हुण सानूं नहीं पता वो कित्थे आ। पर जद कि महापुरख विचे ही सारिਆਂ ਦੇ ਵਿੱਚ बैठे हुए ਸੀਗੇ। पर प्रीतम सिंह हुणां नूं जिहड़े सी वो नज़र ही नहीं आए, तो प्रीतम सिंह जिहड़े सीगे फिर वो महापुरखां नूं देखण वास्ते है ना किसी होर जगह ते तलाश करन लग पए। जा तलाश करदे करदे शाम दे 5 वेले बज गए, फिर जिहड़े प्रीतम सिंह सी ये सरदार बग्गा सिंह जी दे पास वापस आए। जद वापस आए इन्हां ने फिर बग्गा सिंह नूं पुछया कि उत्तरदेव जी नूं मिलना हैगा वो कित्थे आ। जद इन्नी गल होई आ तो फिर बग्गा सिंह जी कहण लगे कि भाई वो तो आ तुहाडे सामने बैठे। पर बग्गा सिंह दी जिहड़ी उंगली का इशारा इस तरह का समझ के प्रीतम सिंह ने देखा तो महापुरख विच ही बैठे सीगे। तो फिर प्रीतम सिंह ने महापुरखां ने कहा, महापुरखों मैं तो तुहानूं बहुत घंटिਆਂ तो जानी कि लभ रहा हैगा, पर तुसीं पता नहीं कित्थे चल गए। तो महापुरख हस के कहण लगे, कहंदे प्रीतम सिंह जाना कित्थे आ, असीं तां 24 घंटे इत्थे पैर संगत दे विच ही बैठे हुंदे आ। जदों तूं आया सी असीं उदों भी संगत 'च सीगे, पर जदों तूं होना है तो असीं उदों दे हुण भी संगत दे विच ही बैठे होए आ। पर प्रीतम सिंह नूं ये भेद समझ नहीं आया। तो फिर महापुरखां ने आख्या सी प्रीतम सिंह नूं, कहंदे प्रीतम सिंह देख ये जिहड़ा बाबा लफ्ज है ना केवल तो केवल धन गुरु नानक वास्ते है, बहुत उच्चा तो सुच्चा लफ्ज हैगा। इस करके असीं है ना बाबे शब्द जिहड़ा हैगा इनू उच्चा तो सुच्चा रखण वास्ते अपना नाम बदल के उत्तरदेव रखिया है, तां जो सानू संगत जिहड़ी है ना केवल तो केवल उत्तरदेव जी कह के बुलावे तो सानू ज़्यादा खुशी हुंदी है। तो फिर साडा भी जिहड़ा मन करदा कि असीं उहदे नाल बचन विलास साझा करां, क्योंकि बाबा तां इक्को ही इस त्रिलोकी दे विच होया है, वो है धन गुरु नानक साहब। जद महापुरखां ने इस तरह के बचन प्रीतम सिंह नाल कीते सीगे, प्रीतम सिंह जिहड़े सीगे ये भी महापुरखां दा बचन जिहड़े सी सुन के बड़े खुश होए। इस तरह ना एक सरदार जोगिंदर सिंह जी होए आ, जोगिंदर सिंह जी होए आ ते महापुरख दी जिहड़ी सीगी इन्हां दे नाल जद प्रीत बनी आ तो ये समा जिहड़ा सीगा 1956-57 का सीगा, जदों है ना पानी का जिहड़ा सी हड़ इस इलाके दे विच आया होया सीगा। तो महापुरखां ने जोगिंदर सिंह नूं ये गल कहती भी जोगिंदर सिंह भी तेरे घर कणक काफ़ी हैगी आ ते हुण हड़ दा मौसम है ते सारी जिहड़ी है ना गरीब आ वो बड़े रोटी तो बाजार वा, जे तूं इस टाइम इस कणक दी जिहड़ी है ना सारी सेवा है गरीबां दे विच वंड देवें तां तेरे उत्ते जिहड़ी है ना वाहिगुरू दी बहुत किरपा होएगी। पर जद ये बचन जोगिंदर सिंह ने सुनिया उन्हें है ना महापुरखां नूं कोई जवाब नहीं दिता, ना हाँ ते ना दे विच। पर महापुरख फिर जोगिंदर सिंह दे घर गए तो जद घर जाके की देखिया जिथे जोगिंदर सिंह ने कणक रखी सी है ना उस कणक दीयां जिहड़ियां है ना बोरियां सीगियां
ਉਹ ਕਾਫੀ ਛੱਤ ਨਾਲ ਲੱਗੀਆਂ ਜਿਹੜੀਆਂ ਸੀਗੀਆਂ ਇਹ ਜੋਗਿੰਦਰ ਸਿੰਘ ਨੇ ਜਿਹੜੀਆਂ ਉਹ ਦੇਖੀਆਂ ਆਪਣੇ ਅੱਖੀਂ। ਪਰ ਮਹਾਂਪੁਰਖਾਂ ਨੇ ਇਹਨੂੰ ਫਿਰ ਦਾਨ ਦੀ ਜਿਹੜੀ ਮਹਿਮਾ ਸਮਝਾਈ ਕਿ ਅਗਰ ਕੋਈ ਦਾਨ ਕਰੇਗਾ ਹੈ ਨਾ, ਤੇ ਜਿੰਨਾ ਦਾਨ ਕਰੇਗਾ ਉਹ ਤੋਂ ਵੱਧ ਕਈ ਗੁਣਾ ਪ੍ਰਫੁੱਲਤ ਹੋਵੇਗਾ। ਪਰ ਜੋਗਿੰਦਰ ਸਿੰਘ ਨੇ ਇਹ ਗੱਲਾਂ ਸੁਣਦੇ ਸਾਰ ਵੀ ਫੇਰ ਵੀ ਕੋਈ ਹਾਂ ਤੇ ਨਾ ਦਾ ਜਵਾਬ ਨਹੀਂ ਦਿੱਤਾ। ਪਰ ਜਦ ਮਹਾਂਪੁਰਖਾਂ ਨੇ ਦੱਸਿਆ ਹੈਗਾ ਕਿ ਇਹਨੇ ਜਿਹੜਾ ਹੈ ਨਾ ਜੋ ਦਾਨ ਦੀ ਕਿਰਿਆ ਹੈਗੀ ਆ, ਜੋ ਦਾਨ ਦੇਣ ਦੀ ਮਹਿਮਾ ਹੈਗੀ ਉਹਨੂੰ ਸੁਣੀ ਅਣਸੁਣੀ ਕਰ ਦਿੱਤਾ। ਸੋ ਮਹਾਂਪੁਰਖ ਫਿਰ ਜੋਗਿੰਦਰ ਸਿੰਘ ਦੇ ਘਰੋਂ ਨਿਕਲ ਕੇ ਜਿਹੜੇ ਸੀਗੇ ਆਪਣੇ ਸਥਾਨ ਵੱਲ ਆ ਗਏ। ਪਰ ਜੋਗਿੰਦਰ ਸਿੰਘ ਜਿਹੜੇ ਨੇ ਪਹਿਲਾਂ ਜਿਹੜਾ ਇਸ ਕਣਕ ਦੇ ਢੇਰ ਦੇ ਉੱਪਰ ਜਿਹੜੀਆਂ ਬੋਰੀਆਂ ਲੱਗੀਆਂ ਛੱਤ ਤੱਕ ਜਿਹਨੂੰ ਨਜ਼ਰ ਆਈਆਂ ਸੀਗੀਆਂ, ਜਦ ਦੁਬਾਰਾ ਦੇਖਿਆ ਤੇ ਕੀ ਦੇਖਿਆ, ਉੱਥੇ ਕੋਈ ਵੀ ਬੋਰੀ ਨਹੀਂ ਸੀ, ਕੇਵਲ ਓਨੀ ਕਣਕ ਪਈ ਸੀਗੀ ਜਿੰਨੀ ਪਹਿਲੇ ਸੀਗੀ। ਭਾਵ ਕੀ ਆ ਕਿ ਉਹਨਾਂ ਟਾਈਮਾਂ ਦੇ ਵਿੱਚ ਜੋਗਿੰਦਰ ਸਿੰਘ ਜਿਹੜਾ ਸੀਗਾ ਨਾ ਇਹ ਬਚਨ ਸਾਂਝਾ ਨਹੀਂ ਕਰ ਸਕਿਆ, ਮਹਾਂਪੁਰਖਾਂ ਨਾਲ ਸਮਝ ਨਹੀਂ ਸਕਿਆ। ਅਗਰ ਸਮਝ ਜਾਂਦਾ ਤਾਂ ਫਿਰ ਉਹਨੂੰ ਪਤਾ ਲੱਗਦਾ ਕਿ ਜਿੰਨਾ ਵੀ ਅਸੀਂ ਦਾਨ ਕਰਦੇ ਹਾਂ ਉਹ ਦਾਨ ਜਿਹੜਾ ਹੈ ਨਾ ਕਈ ਗੁਣਾ ਪ੍ਰਫੁੱਲਿਤ ਹੋ ਕੇ ਵਾਪਸ ਸਾਡੇ ਆਪਣੇ ਹੀ ਭੰਡਾਰੇ ਦੇ ਵਿੱਚ ਆ ਜਾਂਦਾ ਹੈ। ਸੋ ਸਮਾਂ ਪਾ ਕੇ ਹੈ ਨਾ ਇਸੇ ਹੀ ਜੋਗਿੰਦਰ ਸਿੰਘ ਹੁਣਾਂ ਨੇ ਹੈ ਨਾ ਸਰਦਾਰ ਇੱਕ ਮੁਕੰਦ ਸਿੰਘ ਹੋਇਆ, ਉਹਨਾਂ ਨਾਲ ਆਪਣੀ ਜਿਹੜੀ ਨਾ ਖੇਤੀ ਸਾਂਝੀ ਕੀਤੀ। ਜਦ ਖੇਤੀ ਸਾਂਝੀ ਕੀਤੀ ਤਾਂ ਮੁਕੰਦ ਸਿੰਘ ਨੂੰ ਕਹਿਤਾ ਕਿ ਇਸ ਜਗ੍ਹਾ ਦੇ ਉੱਤੇ ਜਿੱਥੇ ਆਪਾਂ ਕਣਕ ਬੀਜਣੀ ਹੈਗੀ ਆ ਤੇ ਇਹਦੇ ਵਿੱਚ ਹੈ ਨਾ ਹਲ ਡੂੰਘਾ ਵਾਹੁਣਾ ਹੈਗਾ। ਜਦ ਇਹ ਕਹਿ ਕੇ ਤਾਂ ਮੁਕੰਦ ਸਿੰਘ ਨੇ ਜਿਹੜਾ ਸੀ ਉਸ ਖੇਤ ਦੇ ਵਿੱਚ ਡੂੰਘਾ ਹਲ ਵਾਹੁਣਾ ਸ਼ੁਰੂ ਕਰ ਦਿੱਤਾ। ਤੇ ਕੁਦਰਤੀ ਉੱਧਰ ਹੁਣ ਸੰਤ ਉੱਤਰਦੇਵ ਜੀ ਜਦ ਮੁਕੰਦ ਸਿੰਘ ਨੂੰ ਮਿਲਿਆ ਤੇ ਪੁੱਛਿਆ ਵੀ ਮੁਕੰਦ ਸਿੰਘ ਸੁਣਾਓ ਕੀ ਹਾਲ ਹੈ, ਕੀ ਕਰਦੇ ਆ? ਮੁਕੰਦ ਸਿੰਘ ਨੇ ਕਹਿਤਾ ਕਿ ਜੀ ਅਸੀਂ ਮੈਂ ਹੈ ਨਾ ਹਲ ਵਾਹ ਕੇ ਆਇਆ। ਤੇ ਨਾਲ ਉਹਨਾਂ ਨੇ ਇਹ ਵੀ ਕਹਿਤਾ ਹੈਗਾ ਕਿ ਜੋਗਿੰਦਰ ਸਿੰਘ ਦੇ ਕਹਿਣ ਦੇ ਉੱਤੇ ਹੈ ਨਾ ਮੈਂ ਜਾਣੀ ਕਾਫੀ ਡੂੰਘਾ ਹਲ ਜਿਹੜਾ ਹੈਗਾ ਇਸ ਖੇਤ ਦੇ ਵਿੱਚ ਫੇਰਿਆ ਹੈਗਾ। ਜਦ ਇੰਨੀ ਗੱਲ ਹੋਈ ਤਾਂ ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਮੁਕੰਦ ਸਿੰਘ ਗੱਲ ਇੱਕ ਹੈਗੀ ਆ ਕਿ ਡੂੰਘਾ ਹਲ ਫੇਰਨ ਦੇ ਨਾਲ ਤੂੰ ਬੜੀ ਬੇਇਨਸਾਫੀ ਕੀਤੀ ਆ। ਜਦ ਇਹ ਗੱਲ ਹੋਈ ਤਾਂ ਮੁਕੰਦ ਸਿੰਘ ਬੜੇ ਹੈਰਾਨ ਹੋਏ, ਕਹਿਣ ਲੱਗੇ ਮਹਾਂਪੁਰਖ ਅਸੀਂ ਸਮਝੇ ਨਹੀਂ। ਤਾਂ ਮਹਾਂਪੁਰਖ ਕਹਿਣ ਲੱਗੇ ਵੀ ਜਿੰਨਾ ਤੂੰ ਡੂੰਘਾ ਹਲ ਫੇਰਦਾ ਹੈ ਓਨਾ ਹੀ ਗਊ ਦੇ ਜਾਏ ਜਿਹੜੇ ਬਲਦ ਹੁੰਦੇ ਹਨ ਇਹਨਾਂ ਨੂੰ ਵੱਧ ਤਕਲੀਫ ਪਹੁੰਚਦੀ ਹੈ। ਤੇ ਇਹ ਜਿਹੜੇ ਹੈ ਇਹ ਬੇਜ਼ੁਬਾਨੇ ਜਾਨਵਰ ਜਿਹੜੇ ਹੈ ਇਹ ਸਭ ਕੁਝ ਜਾਣਦੇ ਹੋਵੇ ਮੂੰਹੋਂ ਪਮਾ ਕੁਛ ਨਹੀਂ ਬੋਲਦੇ, ਪਰ ਤੇਰੇ ਵਾਸਤੇ ਹੈ ਨਾ ਇਹ ਅੰਦਰੋਂ ਕੋਈ ਅਸੀਸ ਵੀ ਨਹੀਂ ਦਿੰਦੇ ਹੈਗੇ। ਜਦ ਇਹ ਗੱਲ ਹੋਈ ਆ ਤੇ ਫਿਰ ਮੁਕੰਦ ਸਿੰਘ ਕਹਿਣ ਲੱਗਾ ਮਹਾਂਪੁਰਖੋ ਕੀ ਹੁਕਮ ਹੈ? ਤੇ ਮਹਾਂਪੁਰਖ ਫਿਰ ਇਹਨਾਂ ਨੂੰ ਆਖਣ ਲੱਗੇ ਕਿ ਡੂੰਘੇ ਹਲ ਦੇ ਨਾਲ ਹੋਣਾ ਅਗਰ ਤੂੰ ਥੋੜ੍ਹਾ ਹੋਸ਼ਾ ਹਲ ਫੇਰੇ ਤਾਂ ਹੋਸ਼ੇ ਹਲ ਦੇ ਨਾਲ ਕੀ ਹੁੰਦਾ ਹੈ ਫਸਲ ਜਿਹੜੀ ਹੈ ਨਾ ਬਹੁਤ ਹੁੰਦੀ ਹੈ ਤੇ ਬੋਲਦਾਂ ਦੇ ਉੱਤੇ ਵੀ ਵਜਨ ਨਹੀਂ ਪੈਂਦਾ ਤੇ ਬੋਲਦ ਵੀ ਜਿਹੜੇ ਨਾ ਖੁਸ਼ ਰਹਿੰਦੇ ਆ। ਜਦ ਇਹ ਬਚਨ ਜਿਹੜੇ ਸੀ ਮਹਾਂਪੁਰਖਾਂ ਨੇ ਸਮਝਾਏ ਸੀ ਤਾਂ ਮੁਕੰਦ ਸਿੰਘ ਹੋਣਾ ਨੇ ਜਿਹੜੇ ਸੀ ਉਹ ਉੱਥੇ ਜਿਹੜਾ ਸੀ ਹੋਸ਼ਾ ਹਲ ਜਿਹੜਾ ਫੇਰਨਾ ਸ਼ੁਰੂ ਕਰ ਦਿੱਤਾ। ਪਰ ਉਸ ਟਾਈਮ ਜਦ ਹੋਸ਼ੇ ਹਲ ਨੂੰ ਹੈ ਨਾ ਜੋਗਿੰਦਰ ਸਿੰਘ ਨੇ ਦੇਖਿਆ, ਉਹਨੇ ਮੁਕੰਦ ਸਿੰਘ ਨੂੰ ਕਹਿਤਾ ਕਿ ਤੂੰ ਹਲ ਨੂੰ ਸਮਾਂ ਡੂੰਘਾ ਕਰ ਤਾਂ ਜੋ ਫਸਲ ਜ਼ਿਆਦਾ ਹੋਵੇ। ਪਰ ਫਿਰ ਮੁਕੰਦ ਸਿੰਘ ਹੋਣਾ ਨੇ ਜੋਗਿੰਦਰ ਸਿੰਘ ਦੇ ਆਖੇ 'ਤੇ ਲਾ ਕੇ ਫਿਰ ਡੂੰਘਾ ਹਲ ਜਿਹੜਾ ਸੀਗਾ ਉਹ ਲਾਉਣਾ ਸ਼ੁਰੂ ਕਰ ਦਿੱਤਾ ਹੈਗਾ। ਪਰ ਜਦ ਦੁਬਾਰਾ ਫਿਰ ਮਹਾਂਪੁਰਖਾਂ ਨੂੰ ਮਿਲੇ ਤਾਂ ਮਹਾਂਪੁਰਖਾਂ ਨੇ ਜਿਹੜੇ ਸੀ ਉਹਨਾਂ ਦੇ ਮੂੰਹੋਂ ਸੁਭਾਵਿਕ ਬਚਨ ਨਿਕਲਿਆ ਵੀ ਜਿੱਥੇ ਗਊ ਦਾ ਜਾਇਆ ਖੁਸ਼ ਨਹੀਂ ਹੈ ਨਾ ਤੇ ਉੱਥੇ ਰੱਬ ਵੀ ਖੁਸ਼ ਨਹੀਂ ਹੁੰਦਾ ਹੈ, ਤੇ ਜਿੱਥੇ ਰੱਬ ਖੁਸ਼ ਨਹੀਂ ਤੇ ਉੱਥੇ ਕੁਛ ਵੀ ਨਹੀਂ ਹੁੰਦਾ। ਜਦ ਇੰਨੀਆਂ ਜਿਹੜੀ ਸੀ ਇਹ ਬਚਨ ਸਧਾਰਨ ਕਹੇ ਆ। ਫਿਰ ਜੋਗਿੰਦਰ ਸਿੰਘ ਇੱਕ ਵਾਰੀ ਮਹਾਂਪੁਰਖਾਂ ਦੇ ਦਰਸ਼ਨ ਕਰਨ ਆਇਆ ਤੇ ਮਹਾਂਪੁਰਖਾਂ ਨੇ ਜੋਗਿੰਦਰ ਸਿੰਘ ਨੂੰ ਸੁਭਾਵਿਕ ਹੀ ਪੁੱਛ ਲਿਆ ਵੀ ਜਿਸ ਖੇਤ ਦੇ ਵਿੱਚ ਤੁਸੀਂ ਡੂੰਘਾ ਹਲ ਫੇਰਿਆ ਸੀ ਉਹਦੇ ਵਿੱਚ ਕਣਕ ਕਿਹੋ ਜਿਹੀ ਹੋਈ ਆ? ਫਿਰ ਜੋਗਿੰਦਰ ਸਿੰਘ ਕਹਿਣ ਲੱਗਾ ਜੀ ਆ ਜਿਹੜੀ ਨਾਲ ਦੇ ਖੇਤ ਦੀ ਕਣਕ ਆ ਬਸ ਇਹਦੇ ਵਰਗੀ ਹੋਈ ਆ। ਮਹਾਂਪੁਰਖ ਜਿਹੜੇ ਸੀ ਚੁੱਪ ਕਰ ਗਏ। ਕਹਿੰਦੇ ਕਹਿਣ ਲੱਗੇ ਕਹਿੰਦੇ ਅੱਛਾ ਜੋਗਿੰਦਰ ਸਿੰਘ ਬਿਲਕੁਲ ਸੱਚ ਬੋਲਦਾ? ਕਹਿੰਦਾ ਬਿਲਕੁਲ ਜੀ ਸੱਚ ਬੋਲਦਾ, ਨਾਲ ਦਾ ਖੇਤ ਦੀ ਜਿੱਦਾਂ ਜਿਹੋ ਜਿਹੀ ਕਣਕ ਉਹੋ ਜਿਹੀ ਕਣਕ ਜਿਹੜੀ ਹੈ ਨਾ ਡੂੰਘੇ ਹਲ ਦੇ ਵਿੱਚ ਹੋਈ ਆ। ਮਹਾਂਪੁਰਖ ਕਹਿੰਦੇ ਚਲੋ ਠੀਕ ਹੈ। ਇਹ ਕਹਿ ਕੇ ਤਾਂ ਮਹਾਂਪੁਰਖ ਚੁੱਪ ਕਰ ਗਏ। ਪਰ ਜੋਗਿੰਦਰ ਸਿੰਘ ਜਿਹੜਾ ਸੀਗਾ ਇਹ ਦਰਸ਼ਨ ਕਰਕੇ ਵਾਪਸ ਗਿਆ। ਪਰ ਕੁਦਰਤੀ ਜਿਸ ਖੇਤ ਦੇ ਵਿੱਚ ਡੂੰਘਾ ਹਲ ਵਾਹ ਕੇ ਕਣਕ ਬੀਜੀ ਸੀਗੀ, ਪਰ ਜਦ ਜੋਗਿੰਦਰ ਸਿੰਘ ਉਸ ਖੇਤ ਨੂੰ ਦੇਖਣ ਵਾਸਤੇ ਜਦ ਗੇੜੇ ਦੇ ਰੂਪ ਦੇ ਵਿੱਚ ਉੱਧਰ ਗਿਆ ਤਾਂ ਕੀ ਦੇਖਿਆ ਉੱਥੇ ਤਾਂ ਕੋਈ ਵੀ ਕਣਕ ਦਾ ਤੀਲਾ ਨੂੰ ਨਜ਼ਰ ਨਹੀਂ ਆਇਆ ਹੈ। ਪਰ ਇਹ ਜਿਹੜਾ ਸੀਗਾ ਇਹ ਚੀਜ਼ ਦੇਖ ਕੇ ਫਿਰ ਜੋਗਿੰਦਰ ਸਿੰਘ ਜਿਹੜੇ ਸੀ ਬੜੇ ਮਾਨੀ ਮਨ ਹੈਰਾਨ ਹੋਏ ਤੇ ਡਰ ਵੀ ਗਏ। ਪਰ ਮਹਾਂਪੁਰਖਾਂ ਦਾ ਬਚਨ ਜਿਹੜਾ ਸੀਗਾ ਉਹਨਾਂ ਨੇ ਯਾਦ ਮੁਕੰਦ ਸਿੰਘ ਦੇ ਨਾਲ ਸਾਂਝਾ ਕੀਤਾ ਕਿ ਜਿਸ ਖੇਤ 'ਚ ਡੂੰਘਾ ਹਲ ਫੇਰਿਆ ਸੀਗਾ ਉੱਥੇ ਕਣਕ ਨਹੀਂ ਹੋਈ। ਪਹਿਲਾਂ ਤਾਂ ਕਣਕ ਕਾਫੀ ਸੀ ਪਰ ਮੈਨੂੰ ਸਮਝ ਨਹੀਂ ਆਈ ਕਿ ਇਹ ਕਣਕ ਚਲੀ ਕਿੱਥੇ ਗਈ। ਫਿਰ ਮੁਕੰਦ ਸਿੰਘ ਹੋਣਾ ਨੇ ਸੰਤ ਉੱਤਰਦੇਵ ਜੀ ਦੇ ਨਾਲ ਜਿਹੜੀ ਬਚਨ ਬਲਾਸ ਦੀ ਕਿਰਿਆ ਸੀ ਜੋਗਿੰਦਰ ਸਿੰਘ ਨਾਲ ਸਾਂਝੀ ਕੀਤੀ ਸੀ ਕਿ ਮਹਾਂਪੁਰਖਾਂ ਨੇ ਕਿਹਾ ਸੀਗਾ ਕਿ ਤੂੰ ਹੋਸ਼ਾ ਹਲ ਫੇਰ, ਜਿੱਥੇ ਹੋਸ਼ਾ ਹਲ ਫੇਰੂੰਗਾ ਉੱਥੇ ਫਸਲ ਜ਼ਿਆਦਾ ਹੁੰਦੀ ਆ।
पर कहते आपां महापुरखों का आखा नहीं मनिया। तो महापुरखों ने कहता सीगा कि जिथे गऊ दे जाए जिहड़े बलद खुश नहीं है उत्थे परमेश्वर भी खुश नहीं, जिथे परमेश्वर खुश नहीं तो उत्थे कोई भी चीज़ जिहड़ी हैगी आ वो कदी नहीं उगदी है। सो महापुरखों का वचन सत होया। तो ये सोच के फिर जिहड़ा जोगिंदर सिंह सीगा वो बड़ा मन दे विच पछताया कि अगर महापुरखों का वचन मान लैंदे तां ये जिहड़ा होशा हाल सीगा ये भी आपां इहदे विच फेरदे तां अज साडा भी जानी कि फसल दे विचों मालो माल जिहड़ा होण दी खुशी सीगी है ना अज सानू भी हासिल हो जानी सी। सो ये है महापुरख संत उत्तरदेव जी के जीवन दियां जिहड़ियां है कुछ घटनावां। सो अगलियां जिहड़ियां उन्हां दे जीवन दियां घटनावां ये सारी संगत दे नाल समय समय ते सांझे करते रहणगे। सो हुण जो भुल्लां चुक्कां होईयां उन्हां दी संगत पासों जिहड़ी है एक खिमा मंगदे हां। सो फतेह बुलाओ जी। वाहिगुरू जी का खालसा वाहिगुरू जी की फतेह।